ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 471 ਤੇ ਆਖਰੀ ਪੰਕਤੀ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ। ਇੱਕ ਹੁੰਦਾ ਮੱਥਾ, ਦੂਜਾ ਸ਼ਬਦ ਹੁੰਦਾ ਮੱਥੇ, ਤੀਜਾ ਸ਼ਬਦ ਹੈ ਮੱਥਾ। ਮੱਥਾ ਅਤੇ ਮੱਥੇ ਇਹ ਆਮ ਪੰਜਾਬੀ 'ਚ ਮੱਥਾ ਇੱਕ ਵਚਨ ਹੈ, ਮੱਥੇ ਬਹੁਵਚਨ ਹੈ, ਪਰ ਇਹ ਥੱਥੇ ਨੂੰ ਦਲਾਵਾਂ ਲੱਗੀਆਂ ਮੱਥਾ, ਮੱਥੇ ਉੱਤੇ। ਇਸ ਲਈ ਬਾਣੀ ਬੜੇ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ। ਬੇਧਿਆਨੀ ਨਾਲ ਮੱਥੇ ਟਿੱਕਾ ਤੇੜ ਧੋਤੀ ਕਖਾਈ ਨਹੀਂ ਪੜ੍ਹਨਾ, ਅਰਥ ਬਦਲ ਜਾਣਗੇ। ਥੱਥੇ ਨੂੰ ਦਲਾਵਾਂ ਲੱਗੀਆਂ ਮੱਥਾ, ਮੱਥੇ ਉੱਤੇ ਟਿੱਕਾ ਲਾਇਆ ਹੋਇਆ ਹੈ। ਤੇੜ ਲੱਕ ਨੂੰ ਕਹਿੰਦੇ ਨੇ, ਧੋਤੀ ਕਖਾਈ, ਕਖਾਈ ਦੇ ਗੇਰੂਏ ਰੰਗ ਦੀ, ਜਿਹੜੇ ਜੋਗੀਆਂ ਨੇ ਪਾਏ ਹੁੰਦੇ। ਲੱਕ ਜਿਹੜੀ ਹੈ ਗੇਰੂਏ ਰੰਗ ਦੀ ਧੋਤੀ ਪਾਈ ਹੋਈ ਹੈ। ਹੱਥ ਛੁਰੀ ਜਗਤ ਕਸਾਈ, ਹੱਥ 'ਚ ਛੁਰੀ ਹੈ ਅਤੇ ਕਸਾਈ ਬਣਿਆ ਹੋਇਆ ਹੈ। ਇੱਥੇ ਛੁਰੀ ਤੋਂ ਮਤਲਬ ਹੈ ਲੋਕਾਂ ਨੂੰ ਸਰਾਪ ਦੇਣ ਦਾ ਡਰ ਦੇ ਕੇ ਉਹਨਾਂ ਤੋਂ ਚੀਜ਼ਾਂ ਲੈਣੀਆਂ ਵੀ ਸਾਡੀ ਪੂਜਾ ਕਰੋ, ਜੇ ਸਾਨੂੰ ਨਹੀਂ ਦਿਓਗੇ ਤਾਂ ਫਿਰ ਤੁਹਾਨੂੰ ਸ਼ਰਾਪ ਦੇ ਦਿੱਤਾ ਜਾਏਗਾ। ਇਸ ਲਈ ਇਹ ਹੱਥ 'ਚ ਛੁਰੀ ਹੈ ਅਤੇ ਸੰਸਾਰ ਦੇ ਕਸਾਈ ਬਣੇ ਹੋਏ ਹਨ। ਭਾਵ ਲੋਕਾਂ ਤੋਂ ਧੱਕੇ ਨਾਲ ਚੀਜ਼ਾਂ ਲੈਂਦੇ ਨੇ। ਜਿਵੇਂ ਇੱਕ ਵਾਰੀ ਅਕਬਰ ਦਾ ਰਾਜ ਸੀ, ਬੀਰਬਲ ਮੰਤਰੀ ਸੀ। ਬੀਰਬਲ ਜਾਤ ਦਾ ਬ੍ਰਾਹਮਣ ਸੀ। ਉਹਨੂੰ ਅਕਬਰ ਨੇ ਲੜਾਈ 'ਚ ਭੇਜਤਾ, ਫੌਜਾਂ ਦਾ ਕਮਾਂਡਰ ਬਣਾ ਕੇ। ਉਹਨੇ ਅਕਬਰ ਤੋਂ ਲਿਖਾ ਲਿਆ ਕਿ ਜਿਸ ਇਲਾਕੇ 'ਚੋਂ ਮੈਂ ਲੰਘਾਂ ਉਸ ਇਲਾਕੇ ਦੇ ਜਿੰਨੇ ਵੀ ਖੱਤਰੀ ਹਨ ਉਹ 1-1 ਰੁਪਈਆ ਮੈਨੂੰ ਭੇਟਾ ਦੇਣਗੇ, ਮੈਂ ਬ੍ਰਾਹਮਣ। ਰਾਜੇ ਨੇ ਲਿਖਤਾ। ਉਹ ਗੋਇੰਦਵਾਲ ਸਾਹਿਬ ਆਇਆ ਕਿ ਇੱਥੋਂ ਕ੍ਰਾਸ ਕਰਨਾ ਸੀ ਬਿਆਸ ਦਰਿਆ। ਉਹਨੂੰ ਪਤਾ ਲੱਗਾ ਗੁਰੂ ਅਮਰਦਾਸ ਵੀ ਖੱਤਰੀ ਨੇ ਅਤੇ ਇਸ ਪਿੰਡ 'ਚ ਖੱਤਰੀ ਬਹੁਤੇ ਵਸਦੇ ਹਨ। ਇਸ ਲਈ ਉਹਨੇ ਹੁਕਮ ਭੇਜਤਾ ਕਿ ਹਰ ਇੱਕ ਪਰਿਵਾਰ 1-1 ਰੁਪਈਆ ਇਕੱਠਾ ਕਰਕੇ ਮੈਨੂੰ ਦਿਓ। ਸਿੱਖ ਗੁਰੂ ਕੋਲੇ ਆ ਗਏ। ਗੁਰੂ ਮਹਾਰਾਜ ਕਹਿੰਦੇ ਅਸੀਂ ਕਿਸੇ ਬ੍ਰਾਹਮਣ ਨੂੰ ਕੋਈ ਟੈਕਸ ਨਹੀਂ ਦੇਣਾ, ਅਸੀਂ ਕਿਸੇ ਬ੍ਰਾਹਮਣ ਨੂੰ ਕੋਈ ਟੈਕਸ ਨਹੀਂ ਦੇਣਾ ਹੈਗਾ। ਉਹਨੂੰ ਜਵਾਬ ਦੇ ਦਿਓ। ਜਿਹੜਾ ਆਏ ਸਨ ਸੁਨੇਹਾ ਲੈ ਕੇ ਬੀਰਬਲ ਦਾ, ਗੁਰੂ ਮਹਾਰਾਜ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਬ੍ਰਾਹਮਣ ਨੂੰ ਕੋਈ ਟੈਕਸ ਨਹੀਂ ਦੇਣਾ। ਹੁਣ ਉੱਧਰ ਰਾਤ ਪੈ ਗਈ ਹੈ, ਰਾਤ ਰਹਿਣਾ, ਸਵੇਰੇ ਲੜਾਈ 'ਤੇ ਜਾਣਾ, ਛੇਤੀ ਪਹੁੰਚਣਾ। ਕਹਿੰਦਾ ਕੋਈ ਨਹੀਂ, ਮੈਂ ਆ ਕੇ ਦੱਸਾਂਗਾ ਨਾ ਕਿਵੇਂ ਟੈਕਸ ਦੇਈਦਾ। ਸਿੱਖਾਂ ਨੇ ਆ ਕੇ ਗੁਰੂ ਮਹਾਰਾਜ ਨੇ ਕਿਹਾ ਵੀ ਐਂ ਕਹਿੰਦਾ ਸੀ। ਗੁਰੂ ਮਹਾਰਾਜ ਕਹਿੰਦੇ ਜੇ ਵਾਪਸ ਆਵੇਗਾ ਤਾਂ ਹੀ ਮੰਗੇਗਾ ਨਾ, ਇਹਨੇ ਵਾਪਸ ਹੀ ਨਹੀਂ ਆਉਣਾ, ਉੱਥੇ ਲੜਾਈ 'ਚ ਮਾਰੇ ਜਾਣਾ। ਉਹੀ ਗੱਲ ਹੋਈ, ਬੀਰਬਲ ਉੱਥੇ ਲੜਾਈ 'ਚ ਹੀ ਮਾਰਿਆ ਗਿਆ। ਕਹਿਣ ਦਾ ਭਾਵ ਹੈ ਧੱਕੇ ਨਾ ਮੰਗਦੇ ਹਾਂ ਵੀ ਅਸੀਂ ਪੰਡਿਤ ਹਾਂ, ਸਾਨੂੰ ਦਿਓ ਪੈਸੇ, ਸਾਨੂੰ ਪੈਸੇ ਦਿਓ। ਹੱਥ ਛੁਰੀ ਜਗਤ ਕਸਾਈ, ਇਹ ਸੰਸਾਰ ਦੇ ਕਸਾਈ ਨੇ। ਹੱਥ ਛੁਰੀ ਹੈ ਭਾਵ ਧੱਕੇ ਨਾਲ ਦਾਨ ਮੰਗਦੇ ਹਨ। ਨੀਲ ਵਸਤਰ ਪਹਿਰ ਹੋਵੇਂ ਪ੍ਰਵਾਨ। ਉਦੋਂ ਮੁਸਲਮਾਨਾਂ ਦਾ ਰਾਜ ਸੀ। ਮੁਸਲਮਾਨ ਨੀਲੇ ਕੱਪੜੇ ਪਾਉਂਦੇ ਸਨ। ਇਹ ਵੀ ਉਹਨਾਂ ਦਾ ਵਿਖਾਵਾ ਕਰਨ ਲਈ, ਉਹਨਾਂ ਤੋਂ ਡਰਦਿਆਂ ਹੋਇਆਂ ਨੀਲੇ ਕੱਪੜੇ ਪਾ ਰਹੇ ਨੇ, ਤਾਂ ਜੋ ਅਸੀਂ ਉਸ ਵੇਲੇ ਸਰਕਾਰ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ।
ਉਹਨਾਂ ਦੀ ਨਜ਼ਰਾਂ 'ਚ ਪ੍ਰਵਾਨ ਹੋਣ ਲਈ ਹੀ ਨੀਲੇ ਕੱਪੜੇ ਪਾ ਰਹੇ ਹਨ। ਹਾਲਾਂਕਿ ਹਿੰਦੂ ਧਰਮ ਦੇ ਸ਼ਾਸਤਰਾਂ 'ਚ ਲਿਖਿਆ ਹੋਇਆ ਹੈ ਕਿ ਨੀਲੇ ਕੱਪੜੇ 'ਤੇ ਪੈਰ ਧਰਨਾ ਵੀ ਪਾਪ ਹੈ। ਪਾਉਣਾ ਤਾਂ ਕਿਤੇ ਰਿਹਾ, ਨੀਲਾ ਕੱਪੜਾ ਕਿਤੇ ਉਸ 'ਤੇ ਪੈਰ ਧਰਨਾ, ਉਹਦੇ ਉੱਤੇ ਬੈਠਣਾ ਵੀ ਪਾਪ ਹੈ। ਪਰ ਉਹ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਨੀਲੇ ਵਸਤਰ ਪਹਿਨ ਰਹੇ ਨੇ ਤਾਂ ਜੋ ਉਹਨਾਂ ਦੀ ਨਜ਼ਰਾਂ 'ਚ ਪ੍ਰਵਾਨ ਹੋ ਜਾਣ। ਮਲੇਛ ਧਾਨ ਲੈ ਪੂਜੈ ਪੁਰਾਣ। ਮਲੇਛ ਮੁਸਲਮਾਨਾਂ ਨੂੰ ਕਿਹਾ ਹੈ, ਉਹਨਾਂ ਤੋਂ ਅੰਨ ਦਾਣਾ ਲੈ ਕੇ ਖਾਂਦੇ ਨੇ, ਉਹਨਾਂ ਤੋਂ ਅੰਨ ਦਾਣਾ ਲੈ ਕੇ ਖਾਂਦੇ ਨੇ। ਪੂਜੈ ਪੁਰਾਣ, ਪਰ ਉਂਝ ਪੁਰਾਣ ਦੀ ਪੂਜਾ ਕਰਦੇ ਨੇ, ਉਂਝ ਹਿੰਦੂ ਗ੍ਰੰਥਾਂ ਦੀ ਪੂਜਾ ਕਰਦੇ ਨੇ ਅਤੇ ਅੰਨ ਦਾਣਾ ਉਹਨਾਂ ਮੁਸਲਮਾਨਾਂ ਤੋਂ ਲੈਂਦੇ ਨੇ, ਜਿਨ੍ਹਾਂ ਨੂੰ ਕਹਿੰਦੇ ਇਹ ਜੀ ਮਲੇਛ ਨੇ। ਉਦੋਂ ਮੁਸਲਮਾਨਾਂ ਨੂੰ ਕੀ ਹੈ ਕਿ ਹਿੰਦੂ ਕੀ ਕਹਿੰਦੇ ਸਨ, ਇਹ ਮਲੇਛ ਨੇ। ਮਲੇਛ ਦਾ ਸ਼ਬਦੀ ਅਰਥ ਹੈ ਮਲ ਇੱਛਾ, ਭੈੜੀ ਇੱਛਾ ਵਾਲੇ। ਜਿਸ ਮਨੁੱਖ ਦੀ ਇੱਛਾ ਚੰਗੀ ਨਾ ਹੋਵੇ ਉਸ ਨੂੰ ਮਲੇਛ ਕਹਿੰਦੇ ਨੇ। ਉਹ ਜੀ ਕਹਿੰਦੇ ਮਲੇਛ ਨੇ ਜੀ, ਪਰ ਧਾਨ ਅਨਾਜ ਜਿਹੜਾ ਹੈ ਉਹਨਾਂ ਤੱਕ ਲੈਂਦੇ ਨੇ, ਉਂਝ ਪ੍ਰਾਣਾਂ ਦੀ ਪੂਜਾ ਕਰਦੇ ਨੇ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਮੁਸਲਮਾਨਾਂ ਦੀ ਭਾਖਿਆ ਭਾਸ਼ਾ ਹੋਰ ਸੀ, ਅਰਬੀ ਫਾਰਸੀ। ਹਿੰਦੂਆਂ ਦੀ ਹਿੰਦੀ ਸੰਸਕ੍ਰਿਤ ਸੀ। ਹੁਣ ਉਸ ਵੇਲੇ ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਕਿ ਕੋਈ ਵੀ ਹਿੰਦੂ ਝਟਕੇ ਦੀ ਦੁਕਾਨ, ਮੀਟ ਦੀ ਦੁਕਾਨ ਨਹੀਂ ਖੋਲ੍ਹ ਸਕਦਾ। ਕੋਈ ਹਿੰਦੂ ਮੀਟ ਦੀ ਦੁਕਾਨ ਨਹੀਂ ਖੋਲ੍ਹ ਸਕਦਾ। ਜਿੰਨੇ ਮੀਟ ਖਾਣਾ ਉਹ ਮੁਸਲਮਾਨਾਂ ਦੀ ਦੁਕਾਨਾਂ ਤੋਂ ਖਰੀਦ ਕੇ ਖਾਵੇ। ਅਤੇ ਉਹ ਜਿਹੜਾ ਹੈ ਪਸ਼ੂ ਦੇ ਗਲੇ 'ਤੇ ਛੁਰੀ ਰੱਖ ਲੈਂਦੇ ਸਨ, ਉਹ ਹੌਲੀ ਹੌਲੀ ਉਹਦੇ ਗਲੇ ਦੀ ਛੁਰੀ ਫੇਰੀ ਜਾਂਦੇ ਸਨ, ਨਾਲ ਕੋਈ ਆਪਣਾ ਕਲਮਾ ਪੜ੍ਹਦੇ, ਮੰਤਰ ਪੜ੍ਹਦੇ ਸਨ। ਇਸ ਤਰ੍ਹਾਂ ਜਾਨਵਰ ਬੜਾ ਤੜਫਦਾ ਸੀ। ਤੁਸੀਂ ਇੱਕਦਮ ਕਿਸੇ ਦਾ ਕਿਰਪਾਨ ਨਾਲ ਗਲ ਵੱਢ ਦਿਓ ਤਾਂ 1 ਜਾਂ 2 ਸੈਕਿੰਡ ਲਈ ਦੁੱਖ ਮਹਿਸੂਸ ਕਰੇਗਾ, ਪਰ ਜੇ ਤੁਸੀਂ ਕਿਰਪਾਨ ਉਹਦੇ ਗਲ 'ਤੇ ਹੌਲੀ 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 ਫੇਰੀ ਜਾ ਰਹੇ ਹੋ ਤਾਂ ਉਸ ਨੂੰ ਕਿਤਨੀ ਤਕਲੀਫ ਹੋਏਗੀ, ਤੁਸੀਂ ਆਪ ਅੰਦਾਜ਼ਾ ਲਾ ਲਓ। ਉਹਨੂੰ ਕਹਿੰਦੇ ਕੁੱਠਾ। ਇਸ ਲਈ ਜਦੋਂ ਅੰਮ੍ਰਿਤ ਛਕਾਇਆ ਦਸਮ ਪਾਤਸ਼ਾਹ ਨੇ ਤਾਂ ਦਸਮ ਪਾਤਸ਼ਾਹ ਨੇ ਖਾਲਸੇ ਨੂੰ ਕਹਿਤਾ ਤੁਸੀਂ ਕੁੱਠਾ ਨਹੀਂ ਖਾਣਾ, ਭਾਵ ਮੁਸਲਮਾਨੀ ਤਰੀਕੇ ਨਾਲ ਬਣਾਇਆ ਹੋਇਆ ਮੀਟ ਤੁਸੀਂ ਨਹੀਂ ਖਾਣਾ। ਮੀਟ ਖਾਣ ਤੋਂ ਦਸਵੇਂ ਪਾਤਸ਼ਾਹ ਨੇ ਮਨਾ ਨਹੀਂ ਕੀਤਾ, ਨਹੀਂ ਤਾਂ ਵੈਸੇ ਹੀ ਕਹਿੰਦੇ ਭਾਈ ਖਾਲਸੇ ਨੇ ਮਾਸ ਨਹੀਂ ਖਾਣਾ, ਵੈਸੇ ਹੀ ਕਹਿੰਦੇ। ਉਹਨਾਂ ਕਿਹਾ ਕੁੱਠਾ ਨਹੀਂ ਖਾਣਾ, ਬਈ ਨਾ ਮੁਸਲਮਾਨਾਂ ਦੀ ਦੁਕਾਨ ਤੋਂ ਮੀਟ ਲੈ ਕੇ ਖਾਣਾ, ਨਾ ਉਹਨਾਂ ਦੀ ਤਰ੍ਹਾਂ ਬਣਾ ਕੇ ਖਾਣਾ ਹੈ। ਇਸ ਲਈ ਸਿੱਖ ਕੌਮ 'ਚ ਝਟਕੇ ਦਾ ਰਿਵਾਜ ਪੈ ਗਿਆ, ਵੀ ਇੱਕੋ ਵਾਰ ਕਰਨਾ ਬੱਕਰੇ ਦਾ, ਜਿਹਦਾ ਵੀ ਤੇ ਉਹਦਾ ਗਲ ਵੱਢ ਦੇਣਾ ਹੈ, ਤਾਂ ਜੋ ਪਸ਼ੂ ਜ਼ਿਆਦਾ ਦੁੱਖ ਮਹਿਸੂਸ ਨਾ ਕਰੇ। ਅਭਾਖਿਆ ਭਾ ਮੁਸਲਮਾਨਾਂ ਦਾ, ਕੁੱਠਾ ਭਾ ਮਾਰਿਆ ਹੋਇਆ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਮੁਸਲਮਾਨਾਂ ਦਾ ਮਾਰਿਆ ਹੋਇਆ ਬੱਕਰਾ ਖਾਂਦੇ, ਮੀਟ ਖਾਂਦੇ ਨੇ। ਫਿਰ ਲੋਕਾਂ ਨੂੰ ਕੀ ਕਹਿਣਗੇ, ਚੌਂਕੇ ਉੱਪਰ ਕਿਸੇ ਨਾ ਜਾਣਾ, ਸਾਡੇ ਚੌਂਕੇ 'ਚ ਵੜਨਾ ਨਹੀਂ, ਕਹਿੰਦੇ ਪਿੱਟ ਦਿਓਗੇ ਤੁਸੀਂ। ਪੋਚਾ ਫੇਰ ਲੈਂਦੇ ਨੇ, ਪੋਚਾ ਫੇਰ ਕਹਿੰਦੇ ਇਹ ਸਾਡਾ ਚੌਂਕਾ ਹੈ, ਹੁਣ ਇਹ ਪਵਿੱਤਰ ਹੋ ਗਿਆ ਹੈ, ਹੋਰ ਕੋਈ ਇਸ ਚੌਂਕੇ 'ਚ ਨਾ ਵੜੇ, ਨਹੀਂ ਤਾਂ ਸਾਡਾ ਜਿਹੜਾ ਅਨਾਜ ਹੈ ਚੌਂਕਾ ਉਹ ਪਿਟਿਆ ਜਾਵੇਗਾ। ਜਿਵੇਂ ਕੋਈ ਸਮਾਂ ਸੀ, ਕਿਸੇ ਹਰੀਜਨ ਦੀ ਜ਼ਰੂਰਤ ਨਹੀਂ ਸੀ ਕਿ ਕਿਸੇ ਪੰਡਤ ਦੇ ਘਰ ਅੰਦਰ ਵੜ ਜੇ, ਵੀ ਤੂੰ ਸਾਡਾ ਘਰ ਪਿੱਟਦਾ ਹੋ। ਇੱਕ ਸਮਾਂ ਐਸਾ ਵੀ ਸੀ ਜਦੋਂ 4 ਜਾਤਾਂ ਥਾਂ ਹਿੰਦੁਸਤਾਨ 5 ਜਾਤਾਂ ਹੋਇਆ ਕਰਦੇ ਸਨ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਅਤੇ ਚੰਡਾਲ। ਜਿਹੜੇ ਸ਼ੂਦਰਾਂ ਤੋਂ ਵੀ ਨੀਵੇਂ ਸਨ, ਉਹਨਾਂ ਨੂੰ ਹੁਕਮ ਸੀ ਕਿ ਤੁਸੀਂ ਪਿੰਡ ਜਾਂ ਸ਼ਹਿਰ 'ਚ ਨਹੀਂ ਰਹਿ ਸਕਦੇ, ਤੁਸੀਂ ਜੰਗਲਾਂ 'ਚ ਰਹਿਣਾ,
ਅਗਰ ਤੁਸੀਂ ਪਿੰਡ ਜਾਂ ਸ਼ਹਿਰ ਦੇ ਵਿੱਚ ਆਉਣਾ ਹੈ ਤਾਂ ਆਪਣੀ ਪਿੱਠ ਦੇ ਨਾਲ ਝਾੜੀਆਂ ਬੰਨ੍ਹਣੀਆਂ ਨੇ, ਤਾਂ ਜੋ ਤੁਹਾਡੇ ਪੈਰਾਂ ਦੇ ਨਿਸ਼ਾਨ ਨਾਲ ਦੀ ਨਾਲ ਮਿਟ ਜਾਣ, ਅਤੇ ਢੋਲ ਵਜਾਉਂਦੇ ਆਉਣੇ, ਤਾਂ ਜੋ ਤੁਹਾਡਾ ਪਰਛਾਵਾਂ ਸਾਡੇ 'ਤੇ ਨਾ ਪਵੇ, ਅਸੀਂ ਪਰਾਂ ਹੋ ਜਾਈਏ ਤੁਹਾਨੂੰ ਵੇਖ ਕੇ। ਇਹ ਵੀ ਹਾਲ ਸੀ ਹਿੰਦੁਸਤਾਨ ਦਾ। ਬੰਦੇ ਨੂੰ ਪਸ਼ੂਆਂ ਤੋਂ ਵੀ ਮਾੜਾ ਸਮਝਿਆ ਜਾਂਦਾ ਸੀ। ਪਸ਼ੂਆਂ ਦੇ ਪਰਛਾਵੇਂ ਤੇ ਕੋਈ ਨਹੀਂ ਡਰਦਾ। ਪਸ਼ੂਆਂ ਨੂੰ ਨੁਹਾ ਵੀ ਰਿਹਾ, ਪੰਡਤ ਵੀ ਨੁਹਾ ਰਿਹਾ ਹੈ, ਖੱਤਰੀ ਵੀ ਨੁਹਾ ਰਿਹਾ, ਵੈਸ਼ ਵੀ, ਸ਼ੂਦਰ ਵੀ ਨੁਹਾ ਰਿਹਾ ਹੈ। ਪਸ਼ੂਆਂ ਤੋਂ ਵੀ ਬਦਤਰ ਜੀਵਨ ਸੀ ਕਿਸੇ ਵੇਲੇ ਮਨੁੱਖ ਦਾ। ਮਨੁੱਖ ਨੇ ਹੀ ਮਨੁੱਖ ਦਾ ਇਹ ਹਾਲ ਕੀਤਾ ਹੋਇਆ ਸੀ। ਇਹ ਨਹੀਂ ਕਿ ਕਿਸੇ ਬਾਹਰਲੀ ਕੌਮ ਨੇ ਕੀਤਾ, ਨਹੀਂ, ਹਿੰਦੂਆਂ ਨੇ ਹੀ ਇਹ ਵੰਡ ਪਾਈ। ਮਨੂ ਸਿਮਰਤੀ 27 ਸਿਮਰਤੀਆਂ ਦੇ ਵਿੱਚ ਇੱਕ ਮਨੂ ਸਿਮਰਤੀ ਹੈ। ਉਹਨੇ ਕੰਮਾਂ ਦੀ ਵੰਡ ਕੀਤੀ। ਉਹਨੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਇਹ ਨਾਮ ਬਣਾਏ। ਫਿਰ ਸਮਾਂ ਪਾ ਕੇ ਕੀ ਹੋਇਆ? ਬ੍ਰਾਹਮਣ ਦੇ ਘਰ ਬ੍ਰਾਹਮਣ ਪੈਦਾ ਹੁੰਦਾ ਸੀ, ਖੱਤਰੀ ਦੇ ਘਰ ਖੱਤਰੀ ਪੈਦਾ ਹੁੰਦਾ ਸੀ, ਵੈਸ਼ ਦੇ ਘਰ ਵੈਸ਼ ਪੈਦਾ ਹੁੰਦਾ ਸੀ, ਸ਼ੂਦਰ ਦੇ ਘਰ ਸ਼ੂਦਰ ਹੀ ਪੈਦਾ ਹੁੰਦਾ ਸੀ। ਕੋਈ ਜਾਤ ਨਹੀਂ ਸੀ ਆਪਸ 'ਚ ਬਦਲ ਸਕਦਾ। ਬ੍ਰਾਹਮਣ ਦਾ ਕੰਮ ਸੀ ਵਿੱਦਿਆ ਪੜ੍ਹਨਾ ਅਤੇ ਪੜ੍ਹਾਉਣਾ। ਖੱਤਰੀ ਦਾ ਕੰਮ ਸੀ ਦੇਸ਼ ਦੀ ਰੱਖਿਆ ਕਰਨਾ। ਵੈਸ਼ ਦਾ ਕੰਮ ਸੀ ਖੇਤੀਬਾੜੀ ਅਤੇ ਵਪਾਰ ਕਰਨਾ। ਸ਼ੂਦਰ ਦਾ ਕੰਮ ਸੀ ਤਿੰਨਾਂ ਉੱਪਰਲੀਆਂ ਜਾਤਾਂ ਦੀ ਸੇਵਾ ਕਰਨੀ, ਉਹਨਾਂ ਦੀ ਨੌਕਰੀ ਕਰਨੀ। ਉਹਨਾਂ ਦੀ ਸਮਾਂ ਪਾ ਕੇ ਨਤੀਜਾ ਕੀ ਨਿਕਲਿਆ? ਇਹ ਜਾਤ ਪਾਤ ਇਤਨੀ ਪੱਕੀ ਹੋ ਗਈ ਕਿ ਅੱਜ ਤੱਕ ਵੀ ਹੈ। ਇੰਨੀ ਦੁਨੀਆ ਪੜ੍ਹ ਲਿਖ ਗਈ ਹੈ, ਪੜ੍ਹਿਆਂ ਲਿਖਿਆਂ ਦੇ ਦਿਮਾਗ ਦੇ ਵਿੱਚੋਂ ਵੀ ਅਜੇ ਜਾਤ ਪਾਤ ਖਤਮ ਨਹੀਂ ਹੋਈ। ਪੜ੍ਹਾਈ ਵੀ ਜਾਤ ਪਾਤ ਨੂੰ ਖਤਮ ਨਹੀਂ ਕਰ ਸਕੀ। ਠੀਕ ਹੈ, 5-7% ਜੇ ਖਤਮ ਹੋ ਗਈ, ਉਹ ਵੀ ਬੱਚਿਆਂ 'ਚੋਂ, ਵੱਡਿਆਂ 'ਚੋਂ ਨਹੀਂ ਖਤਮ ਹੋਈ। ਬੱਚੇ ਲਵ ਮੈਰਿਜ ਕਰਦੇ ਨੇ। ਮੈਂ ਦੇਖਿਆ ਜੱਟਾਂ ਦੀ ਕੁੜੀ ਹਰੀਜਨ ਮੁੰਡੇ ਨਾਲ ਵਿਆਹ ਕਰਾ ਰਹੀ ਹੈ, ਹਰੀਜਨਾਂ ਦੀ ਲੜਕੀ ਹੋਰ ਕਿਸੇ ਜਾਤੀ ਨਾਲ ਵਿਆਹ ਕਰਾ ਰਹੀ ਹੈ। ਮੈਂ ਦੇਖੇ ਨੇ ਬਹੁਤ। ਬੱਚਿਆਂ 'ਚ ਜਾਤ ਪਾਤ ਨਹੀਂ ਹੁੰਦੀ। ਅਸੀਂ ਵੱਡੇ ਜਿਹੜੇ ਹਾਂ ਉਹਨਾਂ ਦੇ ਦਿਮਾਗ ਜਾਤ ਪਾਤ ਘਸੋੜਦੇ ਹਾਂ। ਤੂੰ ਹਿੰਦੂ ਹੈ, ਤੂੰ ਸਿੱਖ ਹੈ, ਤੂੰ ਮੁਸਲਮਾਨ ਹੈ, ਤੂੰ ਈਸਾਈ ਹੈ, ਤੂੰ ਫਲਾਣਾ ਹੈ, ਤੂੰ ਬ੍ਰਾਹਮਣ ਹੈ, ਤੂੰ ਖੱਤਰੀ ਹੈ, ਤੂੰ ਜੱਟ ਹੈ, ਤੂੰ ਬਾਣੀਆ ਹੈ, ਤੂੰ ਚੂੜਾ ਹੈ, ਤੂੰ ਚਮਿਆਰ ਹੈ। ਅਸੀਂ ਜਿਹੜੇ ਵੱਡੇ ਹਾਂ ਉਮਰਾਂ ਦੇ, ਅਸੀਂ ਇਹ ਦਿਮਾਗ 'ਚ ਭਰਦੇ ਹਾਂ ਬੱਚਿਆਂ ਦੇ। ਛੋਟਿਆਂ ਹੁੰਦਿਆਂ ਕੋਈ ਗੱਲ ਨਹੀਂ ਸੀ ਹੁੰਦੀ। ਆਹ ਡਕੌਂਤ ਜਿਹੜੇ ਬ੍ਰਾਹਮਣਾਂ ਤੋਂ ਵੀ ਨੀਵੀਂ ਜਾਤ ਦੇ ਗਿਣੇ ਜਾਂਦੇ ਨੇ, ਜਿਹੜੇ ਸ਼ਨਿਚਰਵਾਰ ਨੂੰ ਤੇਲ ਮੰਗਦੇ ਹੁੰਦੇ ਨੇ, ਦੇਖੇ? ਇਹ ਬਚਪਨ ਡਕੌਂਤ ਮੇਰਾ ਦੋਸਤ ਹੁੰਦਾ ਸੀ, ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਰਾਤ ਨੂੰ ਅਸੀਂ ਇਕੱਠੇ ਹੀ ਪੜ੍ਹਿਆ ਕਰਦੇ ਸੀ। ਉਹ ਸ਼ਨਿਚਰਵਾਰ ਨੂੰ ਤੇਲ ਮੰਗ ਕੇ ਲੈ ਕਰਦੇ ਸੀ ਪਿੰਡ 'ਚੋਂ। ਸਾਡੇ ਘਰ ਨਹੀਂ ਸੀ ਮੰਗਣ ਆਉਂਦਾ। ਮੈਂ, ਤੂੰ ਸਾਡੇ ਘਰ ਨਹੀਂ ਤੇਲ ਮੰਗਣ ਆਉਂਦਾ? ਕਹਿੰਦਾ ਮੈਨੂੰ ਸੰਗ ਲੱਗਦੀ, ਤੂੰ ਮੇਰਾ ਦੋਸਤ ਹੈ। ਉਦੋਂ ਦੀਵਿਆਂ 'ਤੇ ਪੜ੍ਹਿਆ ਕਰਦੇ ਸੀ। ਲੋਕ ਇੱਕ ਦੀਵਾ ਜਗਾਉਂਦੇ ਸਨ, ਸਾਡੇ ਕੋਲ ਕਿਉਂਕਿ ਤੇਲ ਬਹੁਤ ਹੁੰਦਾ ਸੀ, ਅਸੀਂ 2 ਦੀਵੇ ਜਗਾ ਕੇ ਪੜ੍ਹਿਆ ਕਰਦੇ ਸੀ। ਬਾਕੀ ਜਿਹੜਾ ਤੇਲ ਬਚਦਾ ਸੀ ਸ਼ੁੱਕਰਵਾਰ ਨੂੰ ਸ਼ਨੀਚਰਵਾਰ ਤੱਕ, ਐਤਵਾਰ ਨੂੰ ਅਸੀਂ ਉਹਦੇ ਨਾਲ ਫਿਰ ਸਿਰ ਧੋਂਦੇ ਸੀ, ਮਾਲਿਸ਼ ਕਰਦੇ ਸਿਰ ਧੋਂਦੇ ਸੀ। ਉਹ ਮੇਰੀ ਸੰਗਤ ਕਰਦਾ ਕਰਦਾ ਕੁਝ ਸਾਲਾਂ ਬਾਅਦ ਉਹ ਵੀ ਸਿੱਖੀ ਸਰੂਪ 'ਚ ਆ ਗਏ। 10ਵੀਂ ਤੱਕ ਅਸੀਂ ਦੋਸਤ ਰਹੇ। ਉਹ ਸਿੱਖੀ ਸਰੂਪ 'ਚ ਆ ਗਿਆ। ਮੈਂ ਬਾਅਦ 'ਚ ਟੀਚਰ ਲੱਗਿਆ, ਉਹ ਫੌਜ ਭਰਤੀ, ਸਿੱਖ ਰੈਜੀਮੈਂਟ 'ਚ ਭਰਤੀ ਹੋ ਗਿਆ। ਉਹ ਕੋਈ ਹੈ ਹੀ ਨਹੀਂ ਸੀ ਖਿਆਲ ਵੀ ਇਹ ਡਕੌਂਤ ਹੈ ਜੀ ਅਤੇ ਮੈਂ ਜੱਟ ਹਾਂ ਜੀ। ਹਾਂ, ਨਾ ਕਦੇ ਮਾਂ ਪਿਓ ਨੇ ਸਾਡੇ ਨੇ ਇਹ ਗੱਲ ਸਾਨੂੰ ਕਹੀ। ਮਾਂ ਪਿਓ ਵੀ ਇਸ ਗੱਲੋਂ ਫਾਰਵਰਡ ਸਨ ਵਿਚਾਰਾਂ ਦੇ। ਹਾਂ, ਕਦੇ ਵੀ ਨਹੀਂ ਉਹਨਾਂ ਨੇ ਗੱਲ ਕਹੀ ਵੀ ਇਹ ਤਾਂ ਨੀਵੀਂ ਜਾਤ ਦਾ ਤੂੰ ਕਿੱਥੇ ਦੋਸਤ ਬਣਾਇਆ।
ਕਿੱਥੇ ਤੁਸੀਂ ਰਾਤ ਨੂੰ ਇਕੱਠੇ ਪੜ੍ਹਦੇ ਹੋ? ਹਾਂਜੀ। ਕਈ ਵਾਰੀ ਉਹਨੇ ਸਾਡੇ ਘਰ ਹੀ ਰੋਟੀ ਖਾ ਲੈਣੀ, ਕਈ ਵਾਰੀ ਮੈਂ ਉਹਨਾਂ ਦੇ ਜਾਣਾ, ਉਹਨਾਂ ਦੀ ਰੋਟੀ ਪੱਕ ਰਹੀ ਹੈ, ਉਹਨਾਂ ਦੀ ਖਾ ਆਉਣੀ। ਹੈ ਹੀ ਨਹੀਂ ਸੀ ਦਿਮਾਗ 'ਚ। ਮੈਂ ਦੇਖਿਆ ਜਾਤ ਪਾਤ ਧਰਮ ਦੇ ਵਿਤਕਰੇ ਬੱਚਿਆਂ 'ਚ ਨਹੀਂ ਹੁੰਦੇ। ਇਹ ਅਸੀਂ ਵੱਡੇ ਜਿਹੜੇ ਲੋਕ ਆ ਉਹਨਾਂ ਦਾ ਪੱਠਾ ਬਿਠਾਉਂਦੇ ਹਾਂ, ਉਹਨਾਂ 'ਚ ਨਫ਼ਰਤ ਪੈਦਾ ਕਰਦੇ। ਸਾਡੇ ਅੰਦਰ ਨਫ਼ਰਤ ਹੈ, ਇਸ ਲਈ ਅਸੀਂ ਫਿਰ ਹੌਲੀ ਹੌਲੀ ਆਪਣੇ ਬੱਚਿਆਂ ਦੇ ਵਿੱਚ ਵੀ ਇਹ ਨਫ਼ਰਤ ਪੈਦਾ ਕਰ ਦਿੰਦੇ ਹਾਂ। ਸੋ ਉਸ ਵੇਲੇ ਇਹ ਜੋ ਹਾਲ ਸੀ ਉਹਦਾ ਵਰਣਨ ਕੀਤਾ ਜਾ ਰਿਹਾ ਹੈ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਮੁਸਲਮਾਨਾਂ ਦਾ ਬਣਾਇਆ ਹੋਇਆ ਮੀਟ ਬੱਕਰੇ ਦਾ ਉਹ ਖਾਂਦੇ ਨੇ ਕਹਿੰਦੇ। ਫਿਰ ਕਹਿਣਗੇ ਚੌਂਕੇ ਉੱਪਰ ਕਿਸੇ ਨੇ ਜਾਣਾ, ਸਾਡੇ ਚੌਂਕੇ 'ਚ ਨਹੀਂ ਵੜਨਾ, ਤੁਸੀਂ ਪਿੱਟ ਦਿਓਗੇ। ਵੀ ਉਹ ਮੀਟ ਨੇ ਤਾਂ ਬਗਾਨਿਆਂ ਦੇ ਬਣਾਏ ਹੋਏ ਮੀਟ ਨੇ ਤਾਂ ਤੁਹਾਨੂੰ ਪਿੱਟਿਆ ਨਹੀਂ ਹੈ। ਬੰਦਾ ਤੁਹਾਡੇ ਚੌਂਕੇ 'ਚ ਆ ਜਾਏਗਾ, ਫਿਰ ਤੁਹਾਡਾ ਚੌਂਕਾ ਪਿੱਟਿਆ ਜਾਏ। ਕਹਿੰਦੇ ਚੌਂਕੇ ਉੱਪਰ ਕਿਸੇ ਨੇ ਜਾਣਾ, ਕਹਿੰਦੇ ਸਾਡੇ ਚੌਂਕੇ 'ਤੇ ਵੜਨਾ ਨਹੀਂ ਕਿਸੇ ਨੇ। ਦੇ ਕੇ ਚੌਂਕਾ ਕੱਢੀ ਕਾਰ, ਪੋਚਾ ਫੇਰਦੇ ਨੇ ਗੋਬਰ ਦਾ, ਗਊ ਦੇ ਗੋਹੇ ਦਾ ਪੋਚਾ ਫੇਰਦੇ ਨੇ। ਇਹ ਹਿੰਦੂ ਧਰਮ ਵਾਲੇ ਇਸ ਨੂੰ ਪਵਿੱਤਰ ਗਿਣਦੇ ਨੇ। ਸਿੱਖ ਧਰਮ ਦੇ ਵਿੱਚ ਕੋਈ ਜਾਨਵਰ ਪਵਿੱਤਰ ਨਹੀਂ ਹੈਗਾ। ਸਿੱਖ ਧਰਮ ਕਿਸੇ ਜਾਨਵਰ ਨੂੰ ਪਵਿੱਤਰ ਅਪਵਿੱਤਰ ਨਹੀਂ ਮੰਨਦਾ ਹੈਗਾ। ਕਿਸੇ ਜਾਨਵਰ ਦੀ ਪੂਜਾ ਨਹੀਂ ਕਰਦਾ ਸਿੱਖ, ਕਿਸੇ ਦਰਖਤ ਦੀ ਪੂਜਾ ਨਹੀਂ ਕਰਦਾ। ਕੋਈ ਇਹਨਾਂ 'ਚ ਤਾਂ ਕੋਈ ਕੀੜਿਆਂ ਦੀ ਪੂਜਾ ਕਰ ਰਿਹਾ ਹੈ, ਕੋਈ ਭੂਤਾਂ ਪ੍ਰੇਤਾਂ ਦੀ ਪੂਜਾ ਕਰ ਰਿਹਾ ਹੈ। ਸਿੱਖ ਇਹ ਕੰਮ ਨਹੀਂ ਕਰਦੇ। ਸਿੱਖ ਕਿਸੇ ਵੀ ਜਾਨਵਰ ਨੂੰ ਨਾ ਪੂਜਦੇ ਨੇ, ਨਾ ਕਿਸੇ ਜਾਨਵਰ ਨੂੰ ਨਫ਼ਰਤ ਕਰਦੇ ਨੇ। ਉਹ ਕਹਿੰਦੇ ਇਹ ਪਸ਼ੂ ਹੈ, ਪਰਮਾਤਮਾ ਨੇ ਬਣਾਇਆ ਹੋਇਆ ਹੈ, ਸਾਰੇ ਹੀ ਇੱਕ ਸਮਾਨ ਹਨ, ਇਹਨਾਂ 'ਚ ਕੋਈ ਵਿਸ਼ੇਸ਼ ਨਹੀਂ ਹੈ ਵੀ ਜਿਹਦੀ ਪੂਜਾ ਕਰਨੀ ਹੈ ਜਾਂ ਜਿਹਦਾ ਕੋਈ ਗੋਹਾ ਪਵਿੱਤਰ ਹੈ। ਮੈਂ ਕੱਲ੍ਹ ਵੀ ਕਿਹਾ ਸੀ, ਗੋਹੇ ਦਾ ਪੋਚਾ ਫੇਰਿਆ ਕਰਦੇ ਸਨ। ਮੈਂ ਨਹੀਂ ਸੀ ਫੇਰਦਾ ਗੋਹੇ ਦਾ ਪੋਚਾ। ਬੇਬੇ ਨੇ ਕਈ ਵਾਰੀ ਕਹਿਣਾ, ਮੈਂ ਨਾ, ਇਹ ਤਾਂ ਮੱਝ ਦੀ ਟੱਟੀ ਹੈ, ਇਹ ਤਾਂ ਗਾਂ ਦੀ ਟੱਟੀ ਹੈ, ਮੈਂ ਟੱਟੀ ਦਾ ਪੋਚਾ ਨਹੀਂ ਫੇਰਨਾ। ਕਹਿੰਦੇ ਨਹੀਂ ਟੱਟੀ ਨਹੀਂ ਹੈ, ਗੋਹਾ ਹੈ। ਮੈਂ ਤਾਂ ਨਾਮ ਰੱਖ ਲਿਆ, ਕੱਲ੍ਹ ਨੂੰ ਇਹਦਾ ਨਾਮ ਤੁਸੀਂ ਬਰਫੀ ਰੱਖ ਲਓਗੇ ਤਾਂ ਮੈਂ ਥੋੜ੍ਹਾ ਬਰਫੀ ਹੋ ਜਾਏਗੀ। ਇਹ ਕੁੱਤੇ ਦੀ ਟੱਟੀ ਟੱਟੀ ਹੈ, ਬੰਦੇ ਦੀ ਟੱਟੀ ਟੱਟੀ ਹੈ, ਪਸ਼ੂ ਦੀ ਟੱਟੀ ਟੱਟੀ ਹੈ, ਨਾਮ ਗੋਹਾ ਰੱਖ ਲਓ ਭਾਵੇਂ। ਜਦੋਂ ਪਸ਼ੂ ਗੋਹਾ ਕਰਦਾ ਬਦਬੂ ਆਉਂਦੀ ਹੈ ਨਾ, ਵਿੱਚੋਂ ਬਦਬੂ ਆਉਂਦੀ ਹੈ ਨਾ। ਇਸ ਲਈ ਮੈਂ ਗੋਹੇ ਦਾ ਪੋਚਾ ਨਹੀਂ ਫੇਰਨਾ, ਚਾਹੇ ਗਊ ਹੋਵੇ ਤੇ ਚਾਹੇ ਮੱਝ ਹੋਵੇ। ਮੈਂ ਮਿੱਟੀ ਦਾ ਹੀ ਪੋਚਾ ਫੇਰਿਆ ਕਰਦਾ ਸੀ। ਮੈਨੂੰ ਸ਼ੁਰੂ ਤੋਂ ਸੀ ਵੀ ਕਿਆ ਟੱਟੀ ਦੇ ਪੋਚੇ ਫੇਰ ਕੇ ਘਰ ਨੂੰ ਪਵਿੱਤਰ ਕਰਦੇ ਫਿਰਦੇ ਨੇ। ਇਸ ਲਈ ਦੇ ਕੇ ਚੌਕਾ ਕੱਢੀ ਕਾਰ, ਪੋਚਾ ਫੇਰ ਲਿਆ ਹੈ। ਫਿਰ ਲਾਈਨ ਖਿੱਚ ਦਿੰਦੇ ਨੇ ਵੀ ਇਹਦੇ ਅੰਦਰ ਨਹੀਂ ਆਉਣਾ, ਜੇ ਅੰਦਰ ਆਏ ਤੁਸੀਂ ਸਾਡਾ ਚੌਕਾ ਪਿੱਟ ਦਿਓਗੇ, ਪਰਾਂ ਪਰਾਂ ਰਹਿਣਾ। ਖਾਦ ਉਹਨਾਂ ਦਾ ਰਹੇ ਨੇ ਜਿਹਨਾਂ ਨੂੰ ਨਫ਼ਰਤ ਕਰਦੇ ਨੇ, ਖਾ ਉਹਨਾਂ ਦਾ ਰਹੇ ਨੇ। ਆਪਣਿਆਂ ਤੋਂ ਕਹਿੰਦੇ ਤੁਸੀਂ ਪਿੱਟ ਦਿਓਗੇ। ਆਪਣੇ ਹਿੰਦੂ ਹੀ ਕਹਿ ਰਿਹਾ ਕਿ ਦੂਜਾ ਹਿੰਦੂ ਮੇਰੇ ਚੌਂਕੇ ਨੂੰ ਪਿੱਟ ਦੇਗਾ। ਹੈਣ ਤੇ ਹਿੰਦੂ ਹੀ, ਚਾਹੇ ਬ੍ਰਾਹਮਣ ਹੈ, ਚਾਹੇ ਖੱਤਰੀ ਹੈ, ਚਾਹੇ ਵੈਸ਼ ਹੈ, ਚਾਹੇ ਸ਼ੂਦਰ ਹੈ। ਉਦੋਂ ਤਾਂ ਦੋ ਹੀ ਕੌਮਾਂ ਸਨ। ਪਹਿਲਾਂ ਇਕੱਲੇ ਇੱਕੋ ਕੌਮ ਸੀ, ਹਿੰਦੂ ਸਨ। ਉਸ ਤੋਂ ਬਾਅਦ ਫਿਰ ਜਿਹੜਾ ਮੁਸਲਮਾਨ ਆਏ, ਉਦੋਂ ਦੋ ਹੀ ਕੌਮਾਂ ਸਨ। ਸਿੱਖ ਤਾਂ ਬਹੁਤ ਦੇਰ ਬਾਅਦ ਆਏ ਨੇ। ਹਿੰਦੂ ਹੀ ਹਿੰਦੂ ਨੂੰ ਨਫ਼ਰਤ ਕਰ ਰਿਹਾ ਹੈ ਕਿ ਤੂੰ ਮੇਰੇ ਚੌਂਕੇ 'ਚ ਨਹੀਂ ਵੜਨਾ, ਨਹੀਂ ਮੇਰਾ ਚੌਂਕਾ ਪਿੱਟਿਆ ਜਾਵੇਗਾ। ਉੱਪਰ ਆਏ ਬੈਠੇ ਕੁੜੀਆਰ ਤੇ ਚੌਂਕੇ 'ਚ ਕੌਣ ਆ ਕੇ ਬਹਿ ਗਏ? ਝੂਠੇ ਲੋਕ। ਝੂਠੇ ਲੋਕ ਚੌਂਕੇ 'ਚ ਆ ਕੇ ਬੈਠ ਗਏ ਨੇ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਪਿੱਟ। ਕਦੇ ਦੇਖਿਓ ਕਿਤੇ ਭੇਟ ਨਾ ਦਿਓ, ਦੇਖੋ ਕਿਤੇ ਸਾਡੇ ਚੌਂਕੇ ਨੂੰ ਭੇਟ ਨਾ ਦਿਓ, ਸਾਡੇ ਚੌਂਕੇ 'ਚ ਵੜ ਨਾ ਜਾਇਓ।
ਤੀਸਰੇ ਪਾਤਸ਼ਾਹ ਵੇਲੇ ਇੱਕ ਜੋਗੀ ਆ ਗਿਆ, ਲੰਗਰ ਛਕਣੇ। ਸਿੱਖ ਕਹਿੰਦੇ ਲੰਗਰ ਛਕੋ ਜੀ। ਕਹਿੰਦਾ ਨਾ, ਮੈਂ ਤੇ ਆਪ ਬਣਾ ਕੇ ਖਾਨਾ। ਕਹਿੰਦੇ ਜਦੋਂ ਆਟਾ ਸਾਡਾ, ਘਿਓ ਸਾਡਾ, ਦਾਲਾਂ ਸਾਡੀਆਂ, ਸਭ ਕੁਝ ਸਾਡਾ ਹੋਏਗਾ, ਤੇਰੇ ਬਣਾ ਕੇ ਖਾਣ ਨਾਲ ਕੀ ਫਰਕ ਪੈ ਜਾਏਗਾ? ਵੀ ਤੂੰ ਇਸ ਵਹਿਮ 'ਚ ਨਾ ਪੈ, ਤੂੰ ਬਣਾ ਲੈ। ਕਈ ਅਜੇ ਵੀ ਸਿੱਖ ਹੈਗੇ, ਕਹਿੰਦੇ ਅਸੀਂ ਵਿਵੇਕੀ ਹਾਂ ਜੀ, ਅਸੀਂ ਆਪਣਾ ਪਕਾ ਕੇ ਖਾਂਦੇ ਹਾਂ। ਚਲੋ ਖਾ ਲਓ ਬਈ। ਗੁਰੂ ਨਾਨਕ ਦੇ ਸਾਰੇ ਸੰਸਾਰ 'ਚ ਫਿਰੇ, ਕੀ ਆਪਣਾ ਤਵਾ ਪਰਾਤ ਉਹਨਾਂ ਨਾਲ ਚੱਕਿਆ? ਕੀ ਕੋਈ ਆਪਣਾ ਆਟਾ ਦਾਲ ਉਹਨਾਂ ਨੇ ਚੱਕੀ? ਜਿੱਥੇ ਗਏ ਉੱਥੇ ਹੀ ਖਾਧਾ, ਉੱਥੇ ਹੀ ਖਾਧਾ। ਉਹਨਾਂ ਦੇ ਕੋਈ ਵਹਿਮ ਭਰਮ ਨਹੀਂ ਕੀਤਾ ਅਸੀਂ ਆਪਣਾ ਬਣਾ ਕੇ ਖਾਵਾਂਗੇ ਜੀ। ਹਾਂਜੀ ਚਲੋ। ਉਹ ਜੋਗੀ ਆ ਗਿਆ, ਨਾ ਕਹਿੰਦਾ ਜੀ। ਚਲੋ ਗੁਰੂ ਮਹਾਰਾਜ ਕਹਿੰਦੇ ਦੇ ਦਿਓ ਪੈਨ, ਇਹਨੂੰ ਸੁੱਕਾ ਸੀਧਾ ਕਹਿੰਦੇ ਨੇ। ਰਸਦ ਜਿਹੜੀ ਹੁੰਦੀ ਹੈ ਭੋਜਨ ਬਣਾਉਣ ਲਈ, ਉਹਨੂੰ ਕਹਿ ਸੁੱਕਾ ਸੀਧਾ ਦੇ ਦਿਓ। ਦੇ ਤਾ। ਹੁਣ ਉਹਨੇ ਚੁੱਲ੍ਹਾ ਪੱਟਣਾ ਸੀ, ਚੁੱਲ੍ਹਾ ਪੜਦਾ ਤਾਂ ਹੀ ਬਣਾਉਂਦਾ ਨਾ। ਚੁੱਲ੍ਹਾ ਪੱਟਣ ਲੱਗਾ, ਹੇਠੋਂ ਹੱਡੀਆਂ ਨਿਕਲ ਆਈਆਂ। ਕਹਿੰਦਾ ਓਹੋ, ਇਹ ਤਾਂ ਅਪਵਿੱਤਰ ਜਗ੍ਹਾ ਹੈ। ਹੋਰ ਥਾਂ 'ਤੇ ਚੁੱਲ੍ਹਾ ਪੱਟਣ ਲੱਗਾ, ਉੱਥੇ ਪੱਟਿਆ, ਉੱਥੇ ਵਿੱਚੋਂ ਹੱਡੀਆਂ ਨਿਕਲ ਆਈਆਂ ਨੇ। ਕਹਿੰਦਾ ਇਹ ਵੀ ਅਪਵਿੱਤਰ ਥਾਂ ਹੈ। ਹੋਰ ਥਾਂ 'ਤੇ ਪੁੱਟਿਆ ਹੈ, 5 ਥਾਂ 'ਤੇ ਪੁੱਟਿਆ, 5 ਥਾਵਾਂ ਤੋਂ ਹੇਠੋਂ ਹੱਡੀਆਂ ਨਿਕਲੀਆਂ। ਇਹਨੇ ਚਿਰ ਨੂੰ ਗਿਆ ਥੱਕ, ਅਤੇ ਗੁਰੂ ਮਹਾਰਾਜ ਉੱਥੇ ਆ ਗਏ। ਕਹਿੰਦੇ ਪੰਡਿਤ ਜੀ ਕਿਆ ਵਹਿਮਾਂ ਭਰਮਾਂ ਜੋਗੀ ਤੁਸੀਂ ਪਏ ਹੋ। ਇਹ ਲੰਗਰ ਤਿਆਰ ਕੀਤਾ ਹੈ, ਆਪਣਾ ਖਾਓ। ਫਿਰ ਵਿਚਾਰਾ ਮਜਬੂਰੀ ਬਸ ਫਿਰ ਖਾ ਰਿਹਾ ਹੈ, ਖਾ ਰਿਹਾ। ਕਹਿੰਦੇ ਸਭ ਕੁਛ ਹੀ ਪਵਿੱਤਰ ਹੈ, ਜੇ ਨਹੀਂ ਪਵਿੱਤਰ ਕੋਈ ਚੀਜ਼ ਤਾਂ ਬੰਦਾ ਹੀ ਨਹੀਂ ਪਵਿੱਤਰ ਹੈ। ਬਸ ਇਹੀ ਗੰਦਾ ਹੈ। ਤੁਸੀਂ ਕਿੰਨਾ ਵਧੀਆ ਅੰਨ ਬਣਾ ਲਓ, ਤਿਆਰ ਕਰ ਲਓ, ਤੁਹਾਡੇ ਢਿੱਡ 'ਚ ਗੰਧ ਹੈ ਨਾ। ਕਦੇ ਢਿੱਡ ਚੀਰ ਕੇ ਵੇਖੋ ਕਿੰਨਾ ਗੰਦ ਮੰਦ ਅੰਦਰ ਹੈ। ਅਤੇ ਉਹ ਐਡਾ ਪਵਿੱਤਰ ਭੋਜਨ ਉਹ ਢਿੱਡ ਗੰਦੇ ਥਾਂ 'ਤੇ ਜਾ ਕੇ ਪਵੇਗਾ। ਇਸ ਲਈ ਮਨੁੱਖ ਗੰਦਾ ਹੈ, ਇਹਨੂੰ ਭੁਲੇਖਾ ਪਤਾ ਨਹੀਂ ਬੜਾ ਮੈਂ ਸਾਫ ਸੁਥਰਾ ਹਾਂ, ਐਵੇਂ ਭੁਲੇਖੇ 'ਚ ਹੀ ਫਿਰੀ ਜਾਂਦਾ ਹੈ। ਸਫਾਈ ਰੱਖਣਾ ਹੋਰ ਗੱਲ ਹੁੰਦੀ ਹੈ, ਸੁੱਚ ਭਿੱਟ ਦੇ ਚੱਕਰ 'ਚ ਪੈਣਾ ਹੋਰ ਗੱਲ ਹੁੰਦੀ ਹੈ। ਕਹਿੰਦੇ ਮਤ ਪਿੱਟੈ ਵੇ ਮਤ ਪਿੱਟੈ, ਦੇਖੋ ਕਿਤੇ ਭਿੱਟ ਨਾ ਦਿਓ। ਇਹ ਅੰਨ ਸਾਡਾ ਫਿੱਟੈ, ਸਾਡਾ ਅੰਨ ਖਰਾਬ ਹੋ ਜਾਏਗਾ, ਇਹ ਤਾਂ ਪਿੱਟਿਆ ਜਾਏਗਾ, ਇਹ ਤਾਂ ਖਾਣ ਦੇ ਯੋਗ ਨਹੀਂ ਰਹੇਗਾ। ਤਨ ਫਿੱਟੈ ਫੇੜ ਕਰੀਨ, ਤਨ ਫਿੱਟਿਆ ਹੋਇਆ ਹੈ, ਫੇੜ ਦੇ ਮਾੜੇ ਕਰਮ ਇਸ ਸਰੀਰ ਦੇ ਨਾਲ ਫਿਰ ਮਾੜੇ ਕੰਮ ਕਰਦੇ ਨੇ। ਜਦੋਂ ਸਰੀਰ ਨਾਲ ਮਾੜੇ ਕਰਮ ਕੀਤੇ ਜਨ ਸਮਝੋ ਅਸਲ ਹੁਣ ਸਰੀਰ ਫਿੱਟਿਆ, ਹੁਣ ਇਹ ਪਿੱਟਿਆ ਗਿਆ ਹੈ। ਕਿਸੇ ਦੇ ਪਰਛਾਵੇਂ ਨਾਲ ਨਹੀਂ ਕੋਈ ਪਿੱਟਿਆ ਜਾਂਦਾ ਹੁੰਦਾ। ਕੋਈ ਹਰੀਜਨ ਮੇਰੇ ਕਮਰੇ 'ਚ ਆ ਵੜਿਆ ਤਾਂ ਮੇਰਾ ਕਮਰਾ ਕੋਈ ਪਿੱਟਿਆ ਨਹੀਂ ਜਾਵੇਗਾ। ਜਦੋਂ ਮੈਂ ਆਪ ਹੀ ਕੋਈ ਮਾੜਾ ਕੰਮ ਕਰਾਂਗਾ ਅਸਲ ਉਦੋਂ ਮੈਂ ਪਿੱਟਿਆ ਗਿਆ ਹਾਂ। ਮਨ ਝੂਠਾ ਚੁਲੀ ਪ੍ਰੇਮ, ਮਨ ਦੇ ਝੂਠੇ ਨੇ, ਉਂਝ ਚੁਲੀਆਂ ਭਰਦੇ ਨੇ, ਚੁਲੀਆਂ ਭਰਦੇ ਸੁੱਚੇ ਹੋਣ ਲਈ। ਮਨ ਝੂਠਾ, ਇਹ ਪਾਣੀ ਦੀਆਂ ਚੁਲੀਆਂ ਕਰੂਲੀਆਂ ਕਰਨ ਨਾਲ ਸੁੱਚਾ ਨਹੀਂ ਹੋਵੇਗਾ। ਮੂੰਹ ਤਾਂ ਸਾਫ਼ ਹੋ ਜਾਏਗਾ, ਜੇ ਆਪ ਰੋਟੀ ਖਾਣ ਤੋਂ ਬਾਅਦ ਕੁਰਲੀ ਕਰਦੇ ਹਨ। ਪਾਕਿਸਤਾਨ 'ਚ ਕਰੂਲੀ ਕਹਿੰਦੇ ਸਨ, ਕਰੂਲੀ ਕਰ ਲਓ, ਇੱਧਰ ਕਹਿੰਦੇ ਕੁਰਲੀਆਂ ਕਰ ਲਓ, ਇੱਕੋ ਹੀ ਗੱਲ ਹੈ। ਉਸ ਤਰ੍ਹਾਂ ਮੂੰਹ ਸਾਫ਼ ਕਰਨਾ ਅੱਛੀ ਗੱਲ ਹੈ। ਸਾਫ਼ ਕਰਨਾ, ਹੱਥ ਸਾਫ਼ ਕਰਨਾ, ਮੂੰਹ ਸਾਫ਼ ਕਰਨਾ, ਪੈਰ ਸਾਫ਼ ਕਰਨਾ, ਸਾਰਾ ਸਰੀਰ ਸਾਫ਼ ਕਰਨਾ ਚੰਗੀ ਗੱਲ ਹੈ। ਸਾਫ਼ ਸੁਥਰੇ ਰਹਿਣਾ ਹੋਰ ਗੱਲ ਹੈ, ਵਹਿਮ ਭਰਮ 'ਚ ਪੈਣਾ ਹੋਰ ਗੱਲ ਹੈ। ਮਨ ਦੇ ਝੂਠੇ ਨੇ, ਉਂਝ ਚੁਲੀਆਂ ਭਰ ਰਹੇ ਨੇ। ਵੀ ਚੁਲੀ ਭਰਨ ਨਾਲ ਮਨ ਥੋੜ੍ਹਾ ਹੀ ਸੁੱਚਾ ਹੋ ਜਾਏਗਾ। ਮਨ ਸੁੱਚਾ ਤੇ ਦੋ ਗੱਲਾਂ ਨਾਲ ਹੁੰਦਾ, ਇੱਕ ਸ਼ੁਭ ਕਰਮ ਕਰਨ ਨਾਲ,
ਤੇ ਦੂਜਾ ਨਾਮ ਜਪਣ ਨਾਲ। ਮੰਨ ਲਓ ਮੈਂ ਨਿਰਾ ਨਾਮ ਜਪਦਾ, ਸ਼ੁਭ ਕਰਮ ਨਹੀਂ ਕਰਦਾ, ਨਾਮ ਜਪ ਕੇ ਮਨ ਨੂੰ ਮੈਂ ਸਾਫ਼ ਕਰ ਲਿਆ, ਪਰ ਮਾੜਾ ਕੰਮ ਕਰਕੇ ਫਿਰ ਮੈਲਾ ਕਰ ਲਿਆ। ਫਿਰ ਨਾਮ ਜਪ ਕੇ ਸਾਫ਼ ਕਰ ਲਿਆ, ਮਾੜਾ ਕੰਮ ਕਰਕੇ ਫਿਰ ਮੈਲਾ ਹੋ ਗਿਆ, ਮੇਰਾ ਮਨ ਕਦੇ ਵੀ ਸਾਫ਼ ਨਹੀਂ ਆਏਗਾ। ਮਨ ਉਦੋਂ ਸਾਫ਼ ਹੁੰਦਾ ਜਦੋਂ ਮਾੜੇ ਕੰਮ ਛੱਡ ਦਿੱਤੇ ਜਾਣ, ਭਾਵ ਨਵੀਂ ਮੈਲ ਮਨ ਨੂੰ ਨਾ ਲੱਗੇ, ਅਤੇ ਜਿਹੜੀ ਲੱਗੀ ਹੋਈ ਹੈ ਉਹ ਨਾਮ ਜਪ ਜਪ ਕੇ ਸਾਫ਼ ਕਰ ਲਈ ਜਾਵੇ, ਤਾਂ ਮਨ ਸਾਫ਼ ਹੁੰਦਾ। ਜਦੋਂ ਮਨ ਸਾਫ਼ ਹੋਏਗਾ ਤਾਂ ਰੱਬ ਮਿਲਦਾ, ਨਹੀਂ ਤਾਂ ਨਹੀਂ ਮਿਲਦਾ। ਮੈਲੇ ਮਨ ਵਾਲੇ ਨੂੰ ਅੱਜ ਤੱਕ ਕਿਸੇ ਨੂੰ ਵੀ ਰੱਬ ਨਹੀਂ ਮਿਲਿਆ। ਰੱਬ ਸਿਰਫ ਉਹਨੂੰ ਮਿਲਦਾ ਜਿਹਦਾ ਮਨ ਸਾਫ਼ ਸੁਥਰਾ ਹੈ। ਅਤੇ ਮਨ ਨੂੰ ਸਾਫ਼ ਸੁਥਰਾ ਕਰਨ ਦਾ ਇੱਕੋ ਹੀ ਢੰਗ ਹੈ ਕਿ ਅੱਗੇ ਤੋਂ ਤੋਬਾ ਕਰ ਲੈਣੀ ਕਿ ਮੈਂ ਕੋਈ ਮਾੜਾ ਕੰਮ ਨਹੀਂ ਕਰਾਂਗਾ, ਅਤੇ ਨਹੀਂ ਕਰਨਾ। ਅੱਗੇ ਤੋਂ ਮਾੜਾ ਕੰਮ ਨਹੀਂ ਕਰਨਾ, ਅਤੇ ਫਿਰ ਬਾਣੀ ਪੜ੍ਹੀ ਜਿਹਨੇ, ਨਾਮ ਜਪੀ ਨੇ, ਇੱਕ ਦਿਨ ਆਏਗਾ ਮਨ ਸਾਫ਼ ਹੋ ਜਾਏਗਾ। ਜਿੱਦਾਂ ਮਨ ਸਾਫ਼ ਹੋ ਗਿਆ ਉੱਦਾਂ ਹੀ ਪਰਮਾਤਮਾ ਨੇ ਅੰਦਰ ਪ੍ਰਗਟ ਹੋ ਜਾਣਾ, ਅਤੇ ਜਿੱਦਾਂ ਪਰਮਾਤਮਾ ਪ੍ਰਗਟ ਹੋ ਗਿਆ ਉਹਦੇ ਗੱਲ ਬਣ ਗਈ। ਬਸ ਸਾਰੀ ਗੱਲ ਤਾਂ ਉਹ ਨਹੀਂ ਪ੍ਰਗਟ ਕਰਨੇ, ਚਾਹੇ 10 ਜਨਮ ਲੱਗ ਜਾਣ। ਇਸ ਲਈ ਮਨ ਝੂਠਾ ਹੈ, ਮਨ ਦੇ ਝੂਠੇ ਨੇ ਚੁਲੀ ਪ੍ਰੇਣ, ਉਂਝ ਚੁਲੀਆਂ ਕਰ ਰਹੇ ਨੇ। ਉਹਦੇ ਤਾਂ ਮੂੰਹ ਸਾਫ਼ ਹੋਏਗਾ, ਮਨ ਥੋੜ੍ਹਾ ਹੀ ਸਾਫ਼ ਹੋਏਗਾ। ਹੁਣ ਤੱਤ ਕੱਢਦੇ ਗੁਰੂ ਮਹਾਰਾਜ, ਕਹੋ ਨਾਨਕ ਸੱਚ ਧਿਆਈਐ, ਸੱਚ ਮੈਨੇ ਪਰਮਾਤਮਾ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ। ਫਿਰ ਕੀ ਹੋਏਗਾ? ਸੁੱਚ ਹੋਵੇ, ਮਨ ਸੁੱਚਾ ਹੋ ਜਾਏਗਾ, ਤਾਂ ਸੱਚ ਪਾਈਏ, ਸੱਚ ਦੀ ਪ੍ਰਾਪਤੀ ਹੋ ਜਾਏਗੀ। ਬਸ ਨਾਮ ਜਪੋ, ਨਾਮ ਜਪਣ ਨਾਲ ਮਨ ਸੁੱਚਾ ਹੋ ਜਾਏਗਾ। ਜਦੋਂ ਮਨ ਸੁੱਚਾ ਹੋ ਗਿਆ, ਸੱਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਬਸ ਰੱਬ ਨੂੰ ਪਾਉਣਾ ਕੋਈ ਵਿਸ਼ੇਸ਼ ਜਾਣਕਾਰੀ ਦੀ ਲੋੜ ਨਹੀਂ, ਕੋਈ 100 ਕਿਤਾਬ ਪੜ੍ਹਨ ਦੀ ਲੋੜ ਨਹੀਂ। ਇੱਕੋ ਹੀ ਲਾਈਨ ਬਹੁਤ ਹੈ, ਬਈ ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਬਸ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਇਹ ਤੱਤ ਸਾਰ ਹੈ। ਬਾਕੀ ਦੇ ਸਾਰੀ ਵਿਆਖਿਆ, ਬਾਕੀ ਸਾਰੀ ਗੁਰਬਾਣੀ ਤਾਂ ਵਿਆਖਿਆ ਹੈ। ਸ਼ੁਭ ਕਰਮ ਕਰਨੇ ਨੇ, ਹਰ ਇੱਕ ਬੰਦੇ ਨੂੰ ਪਤਾ ਹੈ। ਮੈਂ ਛੋਟੇ ਛੋਟੇ ਬੱਚਿਆਂ ਨੂੰ ਪੁੱਛ ਕੇ ਵੇਖਿਆ ਵੀ ਕਾਕਾ ਸੱਚੋ ਸੱਚ ਦੱਸੋ, ਕੀ ਚੋਰੀ ਕਰਨੀ ਚਾਹੀਦੀ? ਨਾ ਅੰਕਲ ਜੀ, ਚੋਰੀ ਨਹੀਂ ਕਰਨੀ ਚਾਹੀਦੀ। ਹੁਣ ਚਲੋ ਹੁਣ ਪੁੱਛਿਆ ਕਿ ਨਾ ਬਾਬਾ ਜੀ ਚੋਰੀ ਨਹੀਂ ਕਰਨੀ ਚਾਹੀਦੀ। ਵੱਡਾ ਹੋ ਕੇ ਉਹੀ ਚੋਰੀ ਕਰ ਰਿਹਾ ਹੁੰਦਾ, ਕੋਈ ਚੋਰੀ ਕਰ ਰਿਹਾ। ਇਹਦੇ ਵਿੱਚ ਗਿਆਨ ਤਾਂ ਹੈ, ਗਿਆਨ ਹੈ, ਪਰ ਫਿਰ ਵੀ ਚੋਰੀ ਕਰ ਰਿਹਾ, ਫਿਰ ਵੀ ਚੋਰੀ ਕਰ ਰਿਹਾ। ਗਿਆਨ ਹੁੰਦਾ ਬੰਦੇ ਨੂੰ। ਗੁਰਬਾਣੀ ਕੀ ਜਾਣਤ ਹੀ ਔਗਣ ਕਰੈ, ਇਹ ਜਾਣਦਾ ਬੁੱਝਦਾ ਹੋਇਆ ਗਲਤ ਕੰਮ ਕਰਦਾ। ਇਹ ਤੇ ਉਹ ਹਾਲ ਹੈ, ਹੱਥ ਦੀਵਾ ਹੈ, ਖੂਹ 'ਚ ਡਿੱਗ ਰਿਹਾ। ਹੱਥ ਦੀਵਾ ਹੈ, ਚਾਨਣ ਹੈ, ਤੇ ਖੂਹ 'ਚ ਡਿੱਗ ਰਿਹਾ। ਇਸ ਵਿੱਚ ਫਿਰ ਜਾਣ ਕੇ ਡਿੱਗ ਰਿਹਾ ਨਾ। ਸਾਹਮਣੇ ਚਾਨਣ ਦਿਸ ਰਿਹਾ, ਅੱਗੇ ਖੂਹ ਹੈ, ਮੈਂ ਇਹਦੇ ਉੱਤੋਂ ਦੀ ਨਾ ਲੰਘਾਂ ਨਾ, ਜਾਣ ਕੇ ਕਰਦਾ। ਇਹ ਨਹੀਂ ਕਿ ਗਿਆਨ ਨਹੀਂ ਹੈਗਾ, ਗਿਆਨ ਹੈ, ਪਰ ਮਜਬੂਰ ਹੈ, ਬੁਰਾਈ ਛੱਡਣੀ ਨਹੀਂ ਚਾਹੁੰਦਾ। ਯਾਦ ਰੱਖੋ, ਚੰਗਿਆਈ ਮਨੁੱਖ ਨੂੰ ਚੰਗੀ ਨਹੀਂ ਲੱਗਦੀ, ਬੁਰਾਈ ਬਹੁਤ ਚੰਗੀ ਲੱਗਦੀ ਹੈ। ਬੁਰੇ ਕੰਮ ਬੜੇ ਚੰਗੇ ਲੱਗਦੇ ਨੇ, ਬੁਰੇ ਕੰਮ ਬਹੁਤ ਚੰਗੇ ਲੱਗਦੇ ਨੇ। ਐਕਸੀਡੈਂਟ ਹੋ ਗਿਆ, ਕੋਈ ਚੱਕ ਨਹੀਂ ਰਿਹਾ, 50-60 ਬੰਦੇ ਇਕੱਠੇ ਹੋ ਕੇ ਮੋਬਾਈਲਾਂ 'ਤੇ ਫੋਟੋ ਖਿੱਚ ਰਹੇ ਨੇ। ਬਸ ਉਹਨੂੰ ਕੋਈ ਚੱਕ ਕੇ ਹਸਪਤਾਲ ਲਿਜਾਂਦਾ ਨਹੀਂ, ਲਿਜਾਂਦਾ। ਤਮਾਸ਼ਬੀਨ ਲੋਕ ਨੇ, ਕੋਈ ਤਰਸ ਭਾਵਨਾ ਨਹੀਂ ਹੈਗੀ ਨਾ, ਤਮਾਸ਼ਬੀਨ ਨੇ, ਫੋਟੋ ਖਿੱਚ ਰਹੇ ਨੇ ਵੀ ਬੜਾ ਚੰਗਾ ਕੋਈ ਕੰਮ ਹੋ ਗਿਆ, ਵੀ ਫੋਟੋ ਖਿੱਚ ਲੈਂਦੀ। ਇਸ ਲਈ
ਬੰਦੇ ਨੂੰ ਗਿਆਨ ਸਾਰਾ ਹੈ, ਨਹੀਂ ਤੇ ਗਿਆਨ ਦੇਈਦਾ ਇਸ ਨੂੰ ਕਿ ਭਾਈ ਤੂੰ ਸ਼ਰਾਬ ਨਾ ਪੀ, ਨਹੀਂ ਹਟਦਾ, ਨਹੀਂ ਹਟਦਾ। ਸਰਕਾਰ ਨੇ ਗੁਰਦੁਆਰੇ ਮੰਦਰ ਬੰਦ ਕੀਤੇ ਹੋਏ ਨੇ, ਕਿਉਂ? ਕਿਉਂਕਿ ਇਹਨਾਂ ਤੋਂ ਆਮਦਨ ਕੋਈ ਨਹੀਂ ਸਰਕਾਰ ਨੂੰ। ਠੇਕੇ ਖੁੱਲ੍ਹੇ ਨੇ, ਕਿਉਂ? ਉਹ ਤੋਂ ਆਮਦਨ ਹੈ, ਹੋਰ ਕੋਈ ਗੱਲ ਨਹੀਂ, ਹੋਰ ਕੋਈ ਗੱਲ ਨਹੀਂ। ਇਕੱਠ ਦੀ ਗੱਲ ਨਹੀਂ ਹੈ, ਇਕੱਠ ਦਾ ਰੌਲਾ ਨਹੀਂ ਹੈਗਾ। ਰੌਲਾ ਇਹ ਕਿ ਸਰਕਾਰ ਨੂੰ ਗੁਰਦੁਆਰੇ ਤੇ ਮੰਦਿਰਾਂ ਤੋਂ ਆਮਦਨ ਹੀ ਕੋਈ ਨਹੀਂ, ਭਲਕ ਰਹਿਣ ਦੇ ਇਹਨਾਂ ਨੂੰ ਬੰਦ, ਇਹਨਾਂ ਤੇ ਕਿਹੜਾ ਆਮਦਨ ਹੈ? ਠੇਕਿਆਂ ਤੋਂ ਆਮਦਨ ਹੈ, ਖੋਲ੍ਹ ਲਓ ਜੀ, ਸਵੇਰ ਤੋਂ ਲੈ ਕੇ ਰਾਤ ਦੇ 9 ਵਜੇ ਖੁੱਲ੍ਹੇ ਰੱਖੋ ਜੀ, ਖਰੀਦੋ ਜੀ, ਪੀਓ ਜੀ, ਲੜਾਈਆਂ ਝਗੜੇ ਕਰੋ ਜੀ, ਭੁੱਖੇ ਨੰਗੇ ਹੋਵੋ ਜੀ। ਇੱਕ ਘਰ 'ਚ ਮੈਂ ਗਿਆ, ਪ੍ਰੋਗਰਾਮ ਸੀ, ਹਰੀਜਨਾਂ ਦਾ ਘਰ ਸੀ। ਜਿਸ ਕਮਰੇ 'ਚ ਬੈਠ ਕੇ ਮੈਂ ਰੋਟੀ ਖਾ ਰਿਹਾ, ਮੈਂ ਦੇਖਿਆ ਇਹ ਵੱਡੇ ਕਮਰੇ ਦੇ ਇਹਨਾਂ ਨੇ 2 ਕਮਰੇ ਬਣਾਏ ਹੋਏ ਨੇ, ਵਿੱਚ ਕੰਧ ਕੱਢੀ ਹੈ, ਪਰ ਉਸ ਕੰਧ ਨੂੰ ਕੋਈ ਪਲਸਤਰ ਨਹੀਂ ਹੋਇਆ, ਕੋਈ ਰੰਗ ਨਹੀਂ ਹੋਇਆ, ਬਾਕੀ ਕਮਰੇ ਨੂੰ ਪੇਂਟ ਹੋਇਆ ਹੈ। ਬਾਅਦ 'ਚ ਅਜੇ ਸੰਗਤ ਬੈਠੀ ਹੈ, ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਕੰਮ ਕਰਦੇ ਹੋ ਜੀ? ਕਹਿੰਦਾ ਮੈਂ ਦਿਹਾੜੀ ਕਰਦਾ। ਮੈਂ ਕੀ ਹਰ ਰੋਜ਼ ਦਿਹਾੜੀ ਮਿਲਦੀ? ਕਹਿੰਦਾ ਨਹੀਂ ਜੀ, ਕਈ ਵਾਰੀ ਨਹੀਂ ਵੀ ਮਿਲਦੀ, ਨਹੀਂ ਮਿਲਦੀ। ਮੈਂ ਸੱਚੋ ਸੱਚ ਦੱਸਾਂ, ਤੁਸੀਂ ਸ਼ਰਾਬ ਪੀਂਦੇ ਹੋ? ਕਹਿੰਦਾ ਹਾਂ ਮੈਂ ਪੀਨਾ। ਮੈਂ ਕੀ ਗੱਲ, ਤੁਸੀਂ ਪਹਿਲਾਂ ਹੀ ਗਰੀਬ ਹੋ, ਉੱਤੋਂ ਤੁਸੀਂ ਸ਼ਰਾਬ ਪੀ ਰਹੇ ਹੋ, ਤੁਹਾਡੀ ਗਰੀਬੀ ਦੱਸੋ ਕਿਵੇਂ ਦੂਰ ਹੋਵੇਗੀ? ਮੈਂ ਸੰਗਤ ਬੈਠੀ ਹੈ, ਮੈਂ ਇਹਨਾਂ ਦੇ ਸਾਹਮਣੇ ਵਾਅਦਾ ਕਰਦਾ, ਤੂੰ ਸ਼ਰਾਬ ਪੀਣੀ ਬੰਦ ਕਰ ਦੇ, ਤੇਰੀ ਕੰਧ ਨੂੰ ਪਲਸਤਰ ਮੈਂ ਆਪਣੇ ਖਰਚੇ 'ਤੇ ਕਰਾ ਕੇ ਜਾਵਾਂਗਾ, ਰੰਗ ਰੋਗਨ ਵੀ ਕਰਾ ਕੇ ਜਾਵਾਂਗਾ, ਤੂੰ ਸ਼ਰਾਬ ਪੀਣੀ ਬੰਦ ਕਰ ਦੇ। ਉਹਨੇ ਕੀਤੀ ਹੋਈ ਨਹੀਂ ਬੰਦ, ਨਹੀਂ ਬੰਦ ਕੀਤੀ। ਮਨੁੱਖ ਨੂੰ ਬੁਰਾਈ ਅੱਛੀ ਲੱਗਦੀ ਹੈ, ਇਹ ਬੁਰਾਈ ਛੱਡਣ ਲਈ ਤਿਆਰ ਨਹੀਂ ਹੈਗਾ। ਭੁੱਖਾ ਮਰੀ ਜਾਏਗਾ, ਬੱਚਿਆਂ ਦੇ ਫੀਸਾਂ ਦੇਣ ਲਈ ਪੈਸੇ ਕੋਲ ਕੋਈ ਨਹੀਂ, ਉਹਨਾਂ ਲਈ ਵਰਦੀ ਲਈ ਪੈਸੇ ਕੋਈ ਨਹੀਂ, ਪਰ ਸ਼ਰਾਬ ਪੀਣ ਲਈ ਪੈਸੇ ਹੈਗੇ, ਉਹਦੇ ਲਈ ਹੈਗੇ, ਨਸ਼ਿਆਂ ਲਈ ਹੈਗੇ। 6 ਭੈਣਾਂ ਦਾ ਇੱਕੋ ਇੱਕ ਭਰਾ ਨਸ਼ੇ ਖਾ ਖਾ ਕੇ ਹੀ ਪਰ ਜਵਾਨੀ 'ਚ ਮਰ ਗਿਆ ਹੈ। ਪਰਸੋਂ ਚੌਥੇ ਅਖਬਾਰ 'ਚ 6 ਭੈਣਾਂ ਦਾ ਭਰਾ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ। ਕੋਈ ਸ਼ਰਮ ਨਹੀਂ ਹੈਗੀ ਵੀ ਮੈਂ ਆਪਣੀ ਭੈਣਾਂ ਦੀ ਸ਼ਾਦੀ ਕਰਨੀ ਹੈ, ਜ਼ਿੰਮੇਵਾਰੀ ਹੈ, ਮੈਂ ਇਕੱਲਾ ਭਰਾ ਹਾਂ, ਮੇਰੇ ਮਾਤਾ ਪਿਤਾ ਕੀ ਕਰਨਗੇ? ਨਾ, ਨਿੱਜ ਹੈ, ਬਸ ਮੈਂ ਮੌਜ ਕਰਾਂ, ਬਾਕੀ ਜੀ ਘਰ ਦੇ ਭੁੱਖੇ ਮਰਦੇ ਪਏ ਮਰਨ, ਪਏ ਮਰਨ। ਮਨੁੱਖ ਨੂੰ ਬੁਰਾਈ ਚੰਗੀ ਲੱਗਦੀ ਹੈ, ਇਸ ਲਈ ਬੁਰਾਈ ਛੱਡਣ ਲਈ ਤਿਆਰ ਨਹੀਂ ਹੁੰਦਾ। ਹਾਲਾਂਕਿ ਗਿਆਨ ਹੁੰਦਾ, ਹਾਲਾਂਕਿ ਗਿਆਨ ਹੁੰਦਾ ਕਿ ਕੋਈ ਨਸ਼ਾ ਵੀ ਚੰਗਾ ਨਹੀਂ ਹੁੰਦਾ, ਕੋਈ ਵੀ ਨਸ਼ਾ ਚੰਗਾ ਨਹੀਂ ਹੁੰਦਾ, ਅਤੇ ਕੋਈ ਵੀ ਨਸ਼ਾ ਮਿੱਠਾ ਨਹੀਂ ਹੁੰਦਾ, ਇਹ ਵੀ ਖਿਆਲ ਰੱਖਣਾ। ਸਾਰੇ ਨਸ਼ੇ ਕੌੜੇ ਹੁੰਦੇ ਨੇ, ਈਵਨ ਚਾਹ ਵੀ ਕੌੜੀ ਹੁੰਦੀ ਹੈ। ਮਿੱਠਾ ਪਾ ਕੇ ਮਿੱਠੀ ਕਰਦੇ ਹੋ ਨਾ, ਚਾਹ 'ਚ ਨਸ਼ਾ ਹੈ ਨਾ, ਚਾਹੇ ਲਾਈਟ ਨਸ਼ਾ ਹੈ ਨਾ, ਸੁਸਤੀ ਨੂੰ ਦੂਰ ਕਰਦੀ ਹੈ ਨਾ। ਫੀਮ 'ਚ ਵੀ ਨਸ਼ਾ ਹੈ, ਉਹ ਵੀ ਕੌੜੀ ਹੈ। ਬੀੜੀ ਸਿਗਰਟ ਹੈ, ਉਹ ਵੀ ਕੌੜੀ ਹੈ, ਉਹ ਵੀ ਕੌੜੀ ਹੈ। ਭੁੱਕੀ ਹੈ, ਇਹ ਵੀ ਕੌੜੀ ਹੈ, ਜੋ ਆਮ ਨਸ਼ੇ ਲੋਕ ਕਰਦੇ ਮੈਂ ਦੇਖੇ ਹੈ। ਸ਼ਰਾਬ ਹੈ, ਇਹ ਵੀ ਕੌੜੀ ਹੈ, ਮੈਂ ਪੀਂਦਿਆਂ ਦੇਖੇ ਨੇ। ਫਿਰ ਚਿਹਰੇ ਦਾ ਹੋਰ ਤਰ੍ਹਾਂ ਵੱਟ 'ਚ ਚੜ੍ਹਦੇ ਨੇ, ਕੌੜੀ ਹੈ, ਪਰ ਨਹੀਂ ਪੀ ਰਹੇ ਨੇ। ਲੀਵਰ ਖਰਾਬ ਹੋ ਗਏ ਨੇ, ਡਾਕਟਰ ਕਹਿੰਦਾ ਜੇ ਤੂੰ ਪੀਵੇਂਗਾ ਮਰ ਜਾਏਗਾ, ਨਹੀਂ ਹਟਦੇ। ਘਰ ਮਗਰੋਂ ਬਰਬਾਦ ਹੋ ਜਾਂਦੇ ਨੇ। ਘਰ ਦਾ ਮੁਖੀਆ ਮਰ ਗਿਆ ਹੈ, ਬਾਕੀ ਪਰਿਵਾਰ ਤੋਂ ਪੁੱਛ ਕੇ ਵੇਖੋ ਕੀ ਬਣਦੀ ਉਹਨਾਂ 'ਤੇ। ਕਦੇ ਸੋਚਿਆ? ਨਹੀਂ ਸੋਚਿਆ। ਜਦੋਂ ਠੇਕੇ ਖੁੱਲ੍ਹੇ, ਇੱਕ ਨੌਜਵਾਨ ਮੁੰਡਾ ਸਵੇਰੇ ਸਵੇਰੇ ਠੇਕੇ ਅੱਗੇ ਖੜ੍ਹਾ ਹੈ। ਪੁਲਿਸ ਵਾਲਾ ਪੁੱਛਦਾ, ਭਾਈ ਤੂੰ ਸਵੇਰੇ ਸਵੇਰੇ ਕਿਉਂ ਠੇਕੇ ਖੜ੍ਹਾ ਹੈ? ਕਹਿੰਦੇ ਫਿਰ ਕਿਤੇ ਭੀੜ ਨਾ ਹੋ, ਜਦੋਂ ਖੁੱਲ੍ਹੇਗਾ ਮੈਂ ਕਹਿੰਦਾ ਬੋਤਲਾਂ ਖਰੀਦਾਂਗਾ। ਪਹਿਲਾਂ ਹੀ ਖੜ੍ਹਾ ਹੈ, ਸਵੇਰੇ 6 ਵਜੇ। ਪੁਲਿਸ ਵਾਲੇ ਕਹਿੰਦੇ ਠੇਕਾ ਤਾਂ 10 ਵਜੇ ਖੁੱਲ੍ਹਣਾ ਹੈ। ਕਹਿੰਦੇ ਕੋਈ ਗੱਲ ਨਹੀਂ ਜੀ, ਮਗਰੋਂ ਕਿਤੇ ਭੀੜ ਨਾ ਹੋ ਜੇ, ਮੈਂ ਪਹਿਲਾਂ ਹੀ ਖੜ੍ਹ ਜਾਂਦਾ, ਲਾਈਨ 'ਚ ਅੱਗੇ ਲੱਗਾਂਗਾ, ਖੁੱਲ੍ਹਦੇ ਸਾਰ ਹੀ ਖਰੀਦਾਂਗਾ।
ਇਹ ਤਾਂ ਸਾਡਾ ਹਾਲ ਹੈ। ਫਿਰ ਅਸੀਂ ਅਮੀਰ ਕਿੱਥੋਂ ਹੋ ਜਾਵਾਂਗੇ? ਅਸੀਂ ਆਪ ਹੀ, ਸਾਡੇ ਲੱਛਣ ਹੀ ਇਹੋ ਜਿਹੇ ਨੇ ਕਿ ਅਸੀਂ ਆਪ ਹੀ ਦਿਨੋਂ ਦਿਨ ਗਰੀਬ ਹੋ ਰਹੇ ਹਾਂ, ਕਿਉਂਕਿ ਸਾਨੂੰ ਬੁਰਾਈਆਂ ਚੰਗੀਆਂ ਲੱਗਦੀਆਂ ਨੇ। ਅਸੀਂ ਬੁਰਾਈਆਂ ਛੱਡਣ ਲਈ ਤਿਆਰ ਨਹੀਂ ਹੈਗੇ। ਇਸ ਲਈ ਗੁਰੂ ਮਹਾਰਾਜ ਕਹੋ ਨਾਨਕ ਸੱਚ ਧਿਆਈਐ, ਪਰਮਾਤਮਾ ਦਾ ਨਾਮ ਜਪੋ, ਸੁੱਚ ਹੋਵੇ, ਫਿਰ ਤੁਹਾਡੇ ਮਨ 'ਚ ਸੁੱਚਤਾ ਹੋਵੇਗੀ, ਤਾਂ ਸੱਚ ਪਾਈਏ, ਤਾਂ ਸੱਚ ਦਾ ਪਾ ਪਰਮਾਤਮਾ, ਤਾਂ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਕਿਉਂਕਿ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ। ਜੀਵਨ ਦਾ ਪਹਿਲਾ ਉਦੇਸ਼ ਹੈ ਰੁਜ਼ਗਾਰ ਦੇ ਆਪਣੇ ਆਪ ਨੂੰ ਯੋਗ ਬਣਾਉਣਾ, ਵੀ ਤੁਸੀਂ ਰੋਟੀ ਕਮਾ ਕੇ ਖਾ ਸਕੋ। ਪਹਿਲਾ ਉਦੇਸ਼ ਸਾਡਾ ਇਹ ਹੈ। ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਕਿੱਤਾ ਸਿੱਖਣਾ ਚਾਹੀਦਾ ਹੈ ਜਿਸ ਨਾਲ ਆਪਣੀ ਰੋਟੀ ਕਮਾ ਕੇ ਖਾ ਸਕੇ। ਜਦੋਂ ਰੋਟੀ ਖਾ ਕੇ ਕਮਾ ਕੇ ਖਾਣ ਦੇ ਯੋਗ ਹੋ ਜਾਓ, ਉਸ ਤੋਂ ਬਾਅਦ ਦੂਜਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਫਿਰ ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਆਪਣੀ ਕਿਰਤ ਵੀ ਕਰਦੇ ਰਹੋ। ਕਿਰਤ 10 ਨੂੰਹਾਂ ਦੀ ਕਰਨੀ ਹੈ, ਕੋਈ ਚੋਰੀ ਨਹੀਂ ਕਰਨੀ, ਡਾਕੇ ਨਹੀਂ ਮਾਰਨੇ, ਠੱਗੀ ਨਹੀਂ ਕਰਨੀ, ਮਿਲਾਵਟ ਨਹੀਂ ਕਰਨੀ, ਲੁੱਟਾਂ ਖੋਹਾਂ ਨਹੀਂ ਕਰਨੀਆਂ, ਰਿਸ਼ਵਤਾਂ ਨਹੀਂ ਲੈਣੀਆਂ, ਲੋਕਾਂ ਦੇ ਮਕਾਨ ਪਲਾਟ ਨਹੀਂ ਦੱਬਣੇ, ਪੈਸੇ ਲੈ ਕੇ ਮੁਕਰਨਾ ਨਹੀਂ ਹੈ। 10 ਨੂੰਹਾਂ ਦੀ ਕਿਰਤ ਕਰਨੀ, ਫਿਰ ਤੁਹਾਡੇ ਪੱਲੇ ਸੱਚ ਹੋਵੇਗਾ। ਕਹਾਵਤ ਹੈ ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ, ਫਿਰ ਕਦ ਡਰ ਹੈ। 10 ਨੂੰਹਾਂ ਦੀ ਕਿਰਤ ਕਰੋ। 1, ਆਪਣੇ ਚਾਲ ਚੱਲਣ ਉੱਚਾ ਰੱਖੋ। 2, ਨਾ ਨਸ਼ਾ ਕਰੋ ਨਾ ਵੇਚੋ। ਇਹ 3 ਗੱਲਾਂ 'ਤੇ ਪਹਿਰਾ ਦੇਣਾ। 10 ਨੂੰਹਾਂ ਦੀ ਕਿਰਤ ਕਰੋ। 1, ਨਾ ਨਸ਼ਾ ਕਰਨਾ ਨਾ ਵੇਚਣਾ। ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਗਿਣਦੀ। ਉਹਦੇ ਕਹਿਣ ਦਾ ਕੀ ਹੈ? ਉਹ ਤਾਂ ਜੇ ਸ਼ਰਾਬ ਨਹੀਂ ਵੇਚਣੇ, ਸਰਕਾਰ ਦੇ ਕੱਲ੍ਹ ਨੂੰ ਪੁੱਠੀ ਡਿੱਗ ਪੈਗੀ। ਉਹ ਤਾਂ ਸ਼ਰਾਬ ਦੇ ਆਸਰੇ ਵਿਚਾਰੀ ਖੜੀ ਹੋਈ ਹੈ। ਸ਼ਰਾਬ ਪੀ ਕੇ ਡਿੱਗਣ ਵਾਲੇ ਭਾਵੇਂ ਡਿੱਗ ਪੈਣ, ਪਰ ਸਰਕਾਰ ਤੇ ਸ਼ਰਾਬ ਦੇ ਆਸਰੇ ਖੜੀ ਹੈ ਨਾ। ਇਸ ਲਈ ਉਹਨਾਂ ਦੇ ਕਹਿਣੇ ਪੀਓ, ਪਰ ਇਹ ਤਾਂ ਨਸ਼ਾ ਹੈ। ਕਰੋੜਾਂ ਰੁਪਏ ਦੀ ਸ਼ਰਾਬ ਪੀਤੀ ਜਾ ਰਹੀ, ਕਰੋੜਾਂ ਰੁਪਏ ਦੀ। 33 ਕਰੋੜ ਬੋਤਲਾਂ, 33 ਕਰੋੜ ਬੋਤਲਾਂ ਸ਼ਰਾਬ ਦੀਆਂ ਠੇਕੇ ਤੋਂ ਲੈ ਕੇ ਪੀਤੀਆਂ ਜਾਂਦੀਆਂ ਪੰਜਾਬ 'ਚ। 7 ਕਰੋੜ ਬੋਤਲਾਂ ਦੇਸੀ ਮਾਰਕਾ। 40 ਕਰੋੜ ਬੋਤਲਾਂ ਦੀ ਤੁਸੀਂ ਕੀਮਤ ਲਾ ਲਓ, ਕਿੰਨੇ ਅਰਬ ਬਣੀ। 40 ਕਰੋੜ ਬੋਤਲਾਂ ਦੇ ਸ਼ਰਾਬ ਦੀ ਕੀਮਤ ਲਾ ਲਓ ਵੀ ਕਿੰਨੇ ਅਰਬ ਬਣੀ। ਇੰਨੇ ਅਰਬਾਂ ਰੁਪਏ ਦੀ ਪੰਜਾਬ ਹਰ ਸਾਲ ਸ਼ਰਾਬ ਪੀਂਦਾ ਹੈ, ਤੇ ਨੇ ਭੁੱਖੇ ਹੋਣਾ ਹੀ ਹੋਣਾ। ਇਹ ਅੱਜ ਨੰਗ ਹੋਇਆ ਕਿ ਕੱਲ੍ਹ ਨੂੰ ਨੰਗ ਤੇ ਹੈ ਹੀ ਹੈ। ਇਹ ਬਾਕੀ ਹੋਰ ਹੋ ਜਾਏਗਾ। ਫਿਰ ਮੰਗਤੇ ਬਣ ਜਿਓ, ਚਾਹੇ ਬਾਹਰਲੇ ਦੇਸ਼ਾਂ ਨੂੰ ਭੱਜ ਜਿਓ ਜਾਂ ਫਿਰ ਇੱਥੇ ਗਲੀਆਂ 'ਚ ਮੰਗਣ ਲੱਗ ਜਿਓ, ਨਤੀਜਾ ਤਾਂ ਆਹੀ ਨਿਕਲਣਾ। ਇਸ ਲਈ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਸੁਣੋ, ਗੁਰਬਾਣੀ ਨੂੰ ਵਿਚਾਰੋ, ਫਿਰ ਦੇਖੋ ਜ਼ਿੰਦਗੀ ਬਦਲਦੀ। ਗੁਰਬਾਣੀ ਅਨੁਸਾਰ ਜੀਵਨ ਜਿਵੇਂ ਤੁਹਾਡੀ ਜ਼ਿੰਦਗੀ A ਕਲਾਸ ਹੋ ਜਾਏਗੀ। A ਕਲਾਸ। ਆਪ ਵੀ ਮੌਜ ਕਰੋਗੇ, ਪਰਿਵਾਰ ਵੀ ਮੌਜ ਕਰੇਗਾ। ਜੇ ਪਰਿਵਾਰ ਦਾ ਮੁਖੀ ਨਸ਼ਈ ਹੈ ਤਾਂ ਅੱਗੇ ਬੱਚਿਆਂ ਦੇ ਫਿਰ ਕੀ ਅਸਰ ਹੋਏਗਾ? ਇੱਕ ਜਨਾਨੀ ਕਹਿੰਦੀ ਮੇਰਾ ਘਰ ਆ ਜੀ ਸ਼ਰਾਬ ਪੀਂਦਾ ਜੀ। ਮੈਂ ਤੇਰਾ ਬਾਪ ਵੀ ਪੀਂਦਾ? ਸੱਚੋ ਦੱਸ। ਹਾਂ ਜੀ, ਕਹਿੰਦੇ ਪੀਂਦਾ। ਮੈਂ ਫਿਰ ਪੀਣ ਵਾਲਾ ਜਵਾਈ ਲੱਭੂਗਾ? ਉਹ ਕੋਈ ਬੇਵਕੂਫ ਹੈ ਵੀ ਵੈਸ਼ ਨੂੰ ਜਵਾਈ ਲੱਭੇਗਾ? ਪੀਣ ਵਾਲਾ ਜਵਾਈ ਹੀ ਲੱਭੇਗਾ, ਤਾਂ ਜੋ ਜਦੋਂ ਮੈਂ ਜਾਵਾਂ ਮੈਨੂੰ ਮੀਟ ਖਵਾਵੇ, ਸ਼ਰਾਬ ਪਿਲਾਵੇ। ਗਾਲਾਂ ਕੱਢ ਆਪਣੇ ਬਾਪ ਨੂੰ ਜਿਹਨੇ ਤੈਨੂੰ ਸ਼ਰਾਬੀ ਨਾਲ ਵਿਆਹਿਆ। ਆਪਣੇ ਪਤੀ ਨੂੰ ਕੀ ਕਹਿਣੀ ਹੈ? ਹਾਂ, ਉਹ ਵਿਆਹ ਤੋਂ ਬਾਅਦ ਪੀਣ ਲੱਗਦਾ, ਫਿਰ ਮੈਂ ਪਾੜ ਦੇ ਦਿੰਦਾ। ਉਹ ਤਾਂ ਵਿਆਹ ਤੋਂ ਪਹਿਲਾਂ ਹੀ ਪੀਂਦਾ ਸੀ ਔਰ ਤੇਰੇ ਬਾਪ ਨੂੰ ਪਤਾ ਸੀ, ਫਿਰ ਚੁੱਪ ਕਰ ਗਈ।
ਪੀਣ ਵਾਲਾ ਹਮੇਸ਼ਾ ਪੀਣ ਵਾਲਾ ਜਵਾਈ ਹੀ ਲੱਭੇਗਾ, ਤਾਂ ਹੀ ਸੇਵਾ ਹੋਵੇਗੀ ਨਾ। ਹੁਣ ਸਾਡੇ ਘਰ ਆਏਗਾ ਕੋਈ ਤੇ ਫਿਰ ਆਹ ਦਾਲ ਪਾਣੀ ਲੈ ਲਾਵੇ, ਇੱਕ ਸਬਜ਼ੀ ਬਣਾ ਲਾਂ, ਇੱਕ ਦਾਲ ਬਣਾ ਲਾਂਗੇ, ਬਹੁਤਾ ਕੋਈ ਖੀਰ ਬਣਾ ਲਾਂਗੇ, ਖਾ ਲੈ। ਅਤੇ ਪੀਣ ਵਾਲੇ ਨੂੰ ਨਾ ਦਾਲ ਚੰਗੀ ਲੱਗੇ, ਨਾ ਖੀਰ ਚੰਗੀ ਗੱਲ, ਨਾ ਕੜਾਹ ਚੰਗਾ ਲੱਗੇ। ਪੀਣ ਵਾਲੇ ਤਾਂ ਸ਼ਰਾਬ ਵੀ ਚੰਗੀ ਲੱਗਦੀ, ਉਹਨੂੰ ਸ਼ਰਾਬ ਪਿਲਾ ਕੇ ਬੱਲੇ ਬੱਲੇ ਜੀ ਬੜੀ ਸੇਵਾ ਕੀਤੀ ਮੇਰੀ, ਬੜੀ ਸੇਵਾ ਕੀਤੀ। ਸਾਡੀ ਭੈਣ ਦਾ ਵਿਆਹ, ਮੇਰੇ ਤੋਂ ਬਿਨਾਂ ਬਾਕੀ ਸਾਰੇ ਹੀ ਪੀਂਦੇ ਸਨ ਘਰ 'ਚ। ਲਓ ਜੀ, ਦੇਸੀ ਸ਼ਰਾਬ ਕੱਢੀ, ਇਲਾਇਚੀਆਂ ਪਾ, ਲੌਂਗ ਪਾ, ਪਤਾ ਨਹੀਂ ਕੀ ਕੁਛ ਉਸ 'ਚ ਪਾਇਆ ਹੈ, ਬੜੀ ਵਧੀਆ ਸ਼ਰਾਬ ਕੱਢੀ। ਤਮਾਸ਼ਾ ਸੁਣਨ ਵਾਲਾ, ਖੇਤਾਂ 'ਚ ਸਾਡਾ ਘਰ ਸੀ, ਇੱਕ ਕਿੱਲਾ ਜ਼ਮੀਨ ਵਾਹ ਕੇ ਸੁਹਾਗਾ ਸੁਗਾ ਫੇਰ ਕੇ, ਗਰਮੀਆਂ ਦਾ ਮੌਸਮ ਸੀ, ਸ਼ਾਮ ਨੂੰ ਬਰਾਤ ਢੁਕਾ ਹੋਇਆ, 60 ਬਰਾਤੀ ਸਨ। ਇੱਕ ਮੰਜਾ ਡਾਹਤਾ, 2 ਮੰਜੇ ਡਾਹਤੇ, ਇੱਕ ਇੱਧਰ ਵਿਚਾਲੇ ਸੈਂਟਰ ਟੇਬਲ ਲਾਤਾ। 2 ਬਰਾਤੀ ਉਸ ਮੰਜੇ 'ਤੇ ਬਹਿ ਗਏ, 2 ਇਸ 'ਤੇ ਬਹਿ ਗਏ, 4 ਹੋ ਗਏ। ਇਸ ਤਰ੍ਹਾਂ 15 ਦਾ ਪ੍ਰਬੰਧ ਕਰਤਾ, 15 ਸੈੱਟ ਹੋ ਗਏ, 60 ਬੰਦੇ ਬਹਿ ਗਏ। ਭਰਾ ਜਿਹੜੇ ਕੁੱਕ ਸਨ ਸਾਡੇ, ਉਹਨਾਂ ਨੂੰ ਕਹਿੰਦਾ ਇਹ ਬਰਾਤੀਆਂ ਲਈ ਤੁਸੀਂ ਕੋਈ ਰੋਟੀ ਨਹੀਂ ਪਕਾਣੀ। ਉਹ ਕਹਿੰਦੇ ਕਮਾਲ ਹੈ ਜੀ, ਰਾਤ ਹੈ ਨਾ, ਕਹਿੰਦੇ ਮੈਂ ਜਾਣਾ, ਮੇਰਾ ਕੰਮ ਜਾਣਾ, ਮਾਲਕ ਮੈਂ ਹਾਂ, ਤੁਸੀਂ ਤਾਂ ਨਹੀਂ। ਆਹ ਜਿਹੜਾ ਮੇਲ ਆਇਆ ਨਾ, ਇਹਨਾਂ ਨੂੰ ਰੋਟੀਆਂ ਖਵਾਓ, ਬੀਬੀਆਂ ਬੱਚਿਆਂ ਨੂੰ, ਇਹ ਆਪਣਾ ਵੇਲੇ ਸਿਰ ਸੌਣ, ਇਹ ਬਰਾਤੀਆਂ ਨੂੰ ਕੋਈ ਰੋਟੀ ਨਹੀਂ ਪਕਾਉਣੀ। ਕਹਿੰਦੇ ਮੈਂ ਜਾਣਾ, ਮੇਰਾ ਕੰਮ ਜਾਣਾ। ਮੀਟ ਬਣਾਇਆ ਹੋਇਆ ਸੀ ਬਹੁਤ, ਲਓ ਜੀ, ਜੱਗ ਭਰ ਕੇ ਸ਼ਰਾਬ ਦਾ ਰੱਖਿਆ ਹੋਇਆ, 4 ਗਲਾਸ ਰੱਖੇ ਨੇ, ਕਿਉਂਕਿ 2 ਮੰਜੇ ਉੱਧਰ ਬੈਠੇ ਨੇ, 2 ਉੱਧਰ ਬੈਠੇ ਨੇ। ਡੋਂਗਾ ਭਰ ਕੇ ਵਿੱਚ ਮੀਟ ਦਾ ਰੱਖਿਆ, ਖਾਈ ਜਾਓ ਮੀਟ, ਖਾਈ ਜਾਓ ਪੀਵੀ ਜਾਓ, ਖਾਈ ਜਾਓ ਪੀਵੀ ਜਾਓ। ਜਦੋਂ ਵਾਹ ਦਿਨ ਛਿਪ ਗਿਆ, ਰਾਤ ਪੈ ਗਈ ਨਾ, ਫਿਰ ਭਰਾ ਆਪ ਲੱਗ ਗਿਆ ਵਰਤਾਣ, ਕਿ ਮੈਂ ਵਰਤਾਉਣ। ਪਾਣੀ ਦੀ ਥਾਂ 'ਤੇ ਵੀ ਸ਼ਰਾਬ ਹੀ, ਪਹਿਲਾਂ ਤਾਂ ਇੱਕ ਸ਼ਰਾਬ ਦਾ ਜੱਗ ਸੀ, ਨਾਲ ਪਾਣੀ ਦਾ ਜੱਗ ਸੀ, ਵੀ ਮਿਲਾ ਕੇ ਪੀ ਲਓ। ਫਿਰ ਦੋਨੋਂ ਜੱਗ ਹੀ ਉਹਨੇ ਜਿਹੜਾ ਹੈ ਸ਼ਰਾਬ ਦੇ ਲੈ ਲਏ। ਹੁਣ ਦੇਸੀ ਸ਼ਰਾਬ ਚਿੱਟੀ ਹੁੰਦੀ ਹੈ, ਉਹ ਚਾਚਾ ਕਿੰਨੀ ਪਾਵਾਂ, ਅੱਧਾ ਗਲਾਸ ਪਾ ਦੇ, ਆ ਪਾਣੀ, ਬਾਕੀ ਪਾਣੀ ਪਾ ਦੇ। ਉਹ ਪਾਣੀ ਦੀ ਥਾਂ 'ਤੇ ਵੀ ਸ਼ਰਾਬ, ਗਲਾਸ ਭਰਤਾ। ਇਸੇ ਤਰ੍ਹਾਂ ਬਸ ਉਹ ਗਲਾਸ ਅਖੀਰ 'ਤੇ ਅੰਦਰ ਗਿਆ, ਜਿੱਥੇ ਕੋਈ ਬੈਠਾ ਸੀ ਉੱਥੇ ਹੀ ਲੇਟ ਗਿਆ। ਨਾ ਬਿਸਤਰਾ, ਕੋਈ ਬਿਸਤਰਾ ਨਹੀਂ ਵਿਛਾਇਆ ਮੰਜਿਆਂ 'ਤੇ, ਬਿਨਾਂ ਬਿਸਤਰੇ 'ਤੇ ਰਾਤ ਨੂੰ ਸੁੱਤੇ ਰਹੇ। ਸਵੇਰੇ ਅਨਾਊਂਸਮੈਂਟ ਹੋ ਗਈ, ਉੱਠੋ ਜੀ ਟਿਊਬਵੈੱਲ ਚੱਲਦਾ ਹੈ, ਇਸ਼ਨਾਨ ਕਰ ਲਓ, ਆਨੰਦ ਕਾਰਜ ਹੋਣੇ ਨੇ। ਨਹਾਤੇ ਧੋਤੇ, ਚਾਹ ਪਾਣੀ ਪੀਤੀ, ਚਲੋ ਆਨੰਦ ਕਾਰਜ ਹੋ ਗਏ। ਦੁਪਹਿਰ ਦੀ ਰੋਟੀ ਵੇਲੇ ਫਿਰ ਮੀਟ ਵਰਤਾਇਆ, ਸ਼ਰਾਬ ਵਰਤਾਈ, ਰੋਟੀਆਂ ਖਾਧੀਆਂ। ਪਿੰਡ ਜਾ ਕੇ ਕਹਿੰਦੇ ਬੱਲੇ ਬੱਲੇ, ਵੀ ਖਜਾਨ ਸਿੰਘ ਦੇ ਪੁੱਤਰਾਂ ਨੇ ਕੋਈ ਸੇਵਾ ਕੀਤੀ। ਕਹਿੰਦੇ ਸ਼ਰਾਬ ਨਾਲ ਨੁਹਾਤਾ, ਨਾ ਬਿਸਤਰਾ ਦਿੱਤਾ, ਨਾ ਰੋਟੀ ਦਿੱਤੀ। ਮੈਂ ਕਿੰਨੇ ਦਿਨ ਹੱਸਦਾ ਰਿਹਾ। ਮੈਂ ਵੀ ਕੋਈ ਬੰਦੇ ਨੇ ਅਤੇ ਵਡਿਆਈ ਕਰਦੇ ਨੇ। ਖਜਾਨ ਸਿੰਘ ਦੇ ਪੁੱਤਰਾਂ ਨੇ ਕਹਿੰਦੇ ਇੰਨੀ ਸੇਵਾ ਕੀਤੀ, ਕਹਿੰਦੇ ਸਾਨੂੰ ਸ਼ਰਾਬ ਨਾਲ ਨੁਹਾਤਾ, ਨਹਾਈ ਜਾਓ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਕਹੋ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਕਹਿੰਦੇ ਨਾਮ ਜਪੋ, ਵਹਿਮਾਂ ਭਰਮਾਂ 'ਚ ਨਾ ਪਵੋ, ਤੁਹਾਡਾ ਮਨ ਸੁੱਚਾ ਹੋ ਜਾਏਗਾ, ਤੁਹਾਨੂੰ ਸੱਚ ਦੀ ਪ੍ਰਾਪਤੀ ਹੋ ਜਾਏਗੀ। ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਜ਼ਰੀ ਹੇਠ ਚਲਾਇਂਦਾ, ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ, ਵੱਡੋਂ ਵੱਡਾ ਵੱਡ ਮੇਦ ਨਹੀਂ, ਸਿਰੇ ਸਿਰ ਧੰਦੇ ਲਾਇਂਦਾ, ਨਦਰ ਉਪੱਠੀ, ਪੱਪੇ ਤੇ ਅਦਕ, ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਇਂਦਾ। ਇਹਨੂੰ ਘਾਹੋ ਨਹੀਂ ਪੜ੍ਹਨਾ,
ਹਾਹੇ ਨੂੰ ਔਂਕੜ ਤੇ ਇਸ ਲਈ ਲਾਇਆ ਜੇ ਘਾਹ ਹੈ ਇਹ ਇੱਕ ਵਚਨ ਹੈ, ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਲਈ ਔਂਕੜ ਲੱਗਾ। ਘਾਹੋ ਨਹੀਂ ਪੜਨਾ, ਸ਼ਬਦ ਅਸਲ ਹੈ ਘਾਹ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਚਿੱਤੈ ਅੰਦਰ ਸਭ ਕੋ, ਪਰਮਾਤਮਾ ਨੇ ਹਰ ਇੱਕ ਨੂੰ ਆਪਣੇ ਚਿੱਤ ਵਿੱਚ ਰੱਖਿਆ ਹੋਇਆ ਹੈ। ਪਰਮਾਤਮਾ ਨੂੰ ਸਭ ਯਾਦ ਹੈ। ਜਿੰਨੇ ਜੀਵ ਪਰਮਾਤਮਾ ਨੇ ਸੰਸਾਰ 'ਚ ਪੈਦਾ ਕੀਤੇ, ਜਿਹਨੂੰ ਧਰਮ ਕਹਿੰਦੇ 84 ਲੱਖ ਜੂਨੀਆਂ, ਸਭ ਦਾ ਖਿਆਲ ਹੈ ਪਰਮਾਤਮਾ ਨੂੰ। ਇਹ ਨਹੀਂ ਕਿ ਕਿਸੇ ਦਾ ਖਿਆਲ ਨਹੀਂ ਹੈਗਾ। ਉਹ ਸਾਡੇ ਵਰਗਾ ਬਾਪੂ ਨਹੀਂ ਹੈਗਾ ਕਿ ਆਪ ਸ਼ਰਾਬ ਪੀ ਕੇ ਪੈ ਰਹੇ ਅਤੇ ਬੱਚੇ ਨੂੰ ਨਾ ਫੀਸ ਦੇਣੀ ਹੈ, ਨਾ ਕਾਪੀ ਲੈ ਕੇ ਕਿਤਾਬ ਲੈ ਕੇ ਦੇਣੀ, ਨਾ ਵਰਦੀ ਲੈ ਕੇ ਦੇਣੀ ਹੈ। ਉਹ ਜਿੱਥੇ ਮਰਜ਼ੀ ਫਿਰਦੇ ਰਹਿਣ, ਆਪ ਪੀ ਕੇ ਪੈ ਜਾਣਾ। ਡਿੱਕ ਡੋਲੇ ਜੇ ਰਾਤ ਨੂੰ ਖਾਂਦੇ ਆਉਣੇ ਬਾਹਰੋਂ। ਨਹੀਂ, ਪਰਮਾਤਮਾ ਨੂੰ ਸਾਰਿਆਂ ਦਾ ਫਿਕਰ ਹੈ। ਚਿੱਤੈ ਅੰਦਰ ਸਭ ਕੋ, ਹਰ ਕੋਈ ਪਰਮਾਤਮਾ ਦੇ ਚਿੱਤ ਵਿੱਚ ਹੈ। ਪਰਮਾਤਮਾ ਨੂੰ ਹਰ ਇੱਕ ਕੋਈ ਯਾਦ ਹੈ। ਵੇਖ ਨਜ਼ਰੀ ਹੇਠ ਚਲਾਉਂਦਾ, ਸਾਰਿਆਂ ਨੇ ਆਪਣੀ ਨਜ਼ਰਾਂ ਹੇਠ ਚਲਾਉਂਦਾ। ਸਭ ਤੇ ਪਰਮਾਤਮਾ ਦੀ ਨਜ਼ਰਾਂ ਨੇ, ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈਗਾ। ਉਹਨੂੰ ਸਭ ਦਾ ਖਿਆਲ ਹੈ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਉਂਦਾ। ਜੀਵ ਤੋਂ ਆਪੇ ਹੀ ਕਰਮ ਕਰਾਉਂਦਾ, ਕਿਸੇ ਤੋਂ ਕੋਈ ਕੰਮ, ਕਿਸੇ ਤੋਂ ਕੋਈ ਕੰਮ। ਆਪੇ ਹੀ ਵਡਿਆਈਆਂ ਬਖਸ਼ਦਾ। ਦੇਖੋ, ਸਾਰੇ ਜੀਵ ਇੱਕ ਕੰਮ ਨਹੀਂ ਕਰਦੇ। ਕੋਈ ਖੇਤੀਬਾੜੀ ਕਰ ਰਿਹਾ, ਕੋਈ ਦਿਹਾੜੀ ਕਰ ਰਿਹਾ, ਕੋਈ ਨੌਕਰੀ ਕਰ ਰਿਹਾ ਹੈ, ਕੋਈ ਰਾਜ ਕਰ ਰਿਹਾ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਪਰਮਾਤਮਾ ਨੇ ਹਰ ਇੱਕ ਜੀਵ ਨੂੰ ਅੱਡ ਅੱਡ ਕੰਮਾਂ 'ਤੇ ਲਾਇਆ ਹੋਇਆ ਹੈ। ਆਪੇ ਹੀ ਕਰਮ ਕਰਾਉਂਦਾ, ਆਪੇ ਹੀ ਜੀਵਾਂ ਤੋਂ ਕਰਮ ਕਰਵਾਉਂਦਾ ਹੈ, ਆਪੇ ਹੀ ਜੀਵਾਂ ਨੂੰ ਵਡਿਆਈ ਬਖਸ਼ਦਾ ਹੈ। ਵੱਡੋਂ ਵੱਡਾ ਉਹ ਸਾਰਿਆਂ ਤੋਂ ਵੱਡਾ ਹੈ। ਵੱਡੋਂ ਵੱਡਾ, ਵੱਡਿਆਂ ਤੋਂ ਵੱਡਾ ਪਰਮਾਤਮਾ ਸਭ ਤੋਂ ਵੱਡਾ ਹੈ। ਵੱਡ ਮੇਦਨੀ, ਮੇਦਨੀ ਹੁੰਦੀ ਸ੍ਰਿਸ਼ਟੀ। ਉਹਦੀ ਸ੍ਰਿਸ਼ਟੀ ਵੀ ਬਹੁਤ ਵੱਡੀ ਹੈ। ਸਿਰੇ ਸਿਰ ਧੰਦਾ ਲਾਇੰਦਾ, ਸਿਰੇ ਸਿਰ ਹਰ ਇੱਕ ਨੂੰ ਧੰਦਾ, ਧੰਦੇ ਵਿੱਚ, ਕੰਮ ਵਿੱਚ ਉਹ ਹਰ ਇੱਕ ਨੂੰ ਕੰਮ ਚਲਾਉਂਦਾ। ਕਿਸੇ ਨੂੰ ਕਿਸੇ ਕੰਮ ਲਾਇਆ ਹੋਇਆ, ਕਿਸੇ ਨੂੰ ਕਿਸੇ ਕੰਮ ਲਾਇਆ ਹੋਇਆ। ਜਿਵੇਂ ਫਿਲਮ ਦਾ ਜਿਹੜਾ ਡਾਇਰੈਕਟਰ ਹੁੰਦਾ ਹੈ, ਉਹ ਵੇਖਦਾ ਵੀ ਇਹ ਬੰਦਾ ਕਿਹੜਾ ਰੋਲ ਠੀਕ ਕਰ ਸਕਦਾ ਹੈ। ਇਹ ਹੀਰੋ ਦਾ ਰੋਲ ਠੀਕ ਕਰ ਸਕਦਾ, ਉਹਨੂੰ ਹੀਰੋ ਦਾ ਰੋਲ ਦਿੰਦਾ। ਇਹ ਵਿਲਨ ਦਾ ਰੋਲ ਠੀਕ ਕਰ ਸਕਦਾ, ਉਹਨੂੰ ਵਿਲਨ ਦਾ ਰੋਲ ਦਿੰਦਾ। ਇਹ ਸਟੰਟ ਦਾ ਰੋਲ ਠੀਕ ਕਰ ਸਕਦਾ, ਉਹਨੂੰ ਉਹ ਰੋਲ ਦਿੰਦਾ ਹੈ। ਜਿਹਦੇ ਉਹ ਯੋਗ ਹੁੰਦਾ ਹੈ, ਉਹਦੇ ਅਨੁਸਾਰ ਉਸ ਨੂੰ ਕੰਮ ਦਿੰਦਾ ਹੈ। ਤਾਂ ਹੀ ਉਹ ਚੱਜ ਨਾ ਕਰੇਗਾ ਨਾ। ਉਹਦੀ ਯੋਗਤਾ ਵੇਖ ਕੇ ਉਹਨੂੰ ਫਿਰ ਕੰਮ ਦਿੰਦਾ ਹੈ। ਹੁਣ ਦੇਖੋ, ਕਈ ਬੱਚੇ ਇੰਨੇ ਯੋਗ ਹੁੰਦੇ ਨੇ, ਵੱਡੀਆਂ ਵੱਡੀਆਂ ਕੰਪਨੀਆਂ ਸਿਲੈਕਟ ਹੋ ਜਾਂਦੇ ਨੇ। ਇੱਕ ਬੱਚਾ 4 ਸਾਲ ਦਾ ਕੋਰਸ ਕਰ ਰਿਹਾ, ਅਜੇ ਤੀਸਰੇ ਸਾਲ 'ਚ ਕੰਪਨੀ ਨੇ ਉਸ ਨੂੰ ਸਿਲੈਕਟ ਕਰ ਲਿਆ। ਮੰਨੀ ਹੋਈ ਇੰਡੀਆ ਦੀ ਕੰਪਨੀ ਨੂੰ ਸਿਲੈਕਟ ਕਰ ਲਿਆ। ਅਗਲੇ ਸਾਲ ਕਹਿੰਦੇ ਤੈਨੂੰ 2 ਮਹੀਨੇ ਦੀ ਅਸੀਂ ਟ੍ਰੇਨਿੰਗ ਆਪਣੇ ਖਰਚੇ 'ਤੇ ਦੇਵਾਂਗੇ। ਜਿਉਂ ਹੀ ਤੇਰੀ ਟ੍ਰੇਨਿੰਗ ਪੂਰੀ ਹੋਵੇਗੀ, ਤੈਨੂੰ ਫਿਰ ਇੰਨੇ ਲੱਖ 'ਤੇ ਅਸੀਂ ਨੌਕਰੀ 'ਤੇ ਰੱਖ ਲਾਂਗੇ। ਦੇਖੋ, ਅਜੇ ਤੀਜੇ ਸਾਲ 'ਚ ਅਜੇ 1.5 ਸਾਲ ਰਹਿੰਦਾ ਹੋਰ ਟ੍ਰੇਨਿੰਗ ਦਾ, ਅਤੇ ਸਿਲੈਕਟ ਹੋਣਾ ਹੀ ਹੋ ਗਿਆ। ਮਾਂ ਪਿਓ ਵੀ ਨਿਸ਼ਚਿੰਤ ਹੋ ਗਏ, ਅਤੇ ਉਹ ਵੀ ਨਿਸ਼ਚਿੰਤ ਹੋ ਗਿਆ, ਮੈਂ ਤਾਂ ਸਿਲੈਕਟ ਹੋ ਗਿਆ ਨੌਕਰੀ ਲਈ। ਔਰ ਫਿਰ ਲੱਖਾਂ ਰੁਪਈਏ ਤਨਖਾਹ ਦੇਣੀ ਹੈ, ਹਜ਼ਾਰਾਂ ਨਹੀਂ। ਚੱਜ ਦੀਆਂ ਕੰਪਨੀਆਂ ਲੱਖਾਂ ਰੁਪਈਏ ਮਹੀਨੇ ਤਨਖਾਹ ਦਿੰਦੀਆਂ ਨੇ। ਹਾਂ, ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਨੇ। ਸੋ ਪਰਮਾਤਮਾ ਵੇਖਦਾ ਇਹ ਇੰਟੈਲੀਜੈਂਟ ਹੈ, ਇਹ ਆਈਸ ਅਫਸਰ ਬਣਾਓ, ਇਹਨੂੰ IPS ਅਫਸਰ ਬਣਾਓ, ਇਹਨੂੰ IFO ਬਣਾਓ, ਫੋਰਨ ਡਿਪਾਰਟਮੈਂਟ ਵਾਲੇ ਜਿਹੜੇ ਬੰਦੇ ਹੁੰਦੇ ਨੇ, ਇਹਨੂੰ ਵੱਡੀ ਕੰਪਨੀ 'ਚ ਭੇਜੋ, ਇਹਨੂੰ ਸਾਇੰਸਦਾਨ ਬਣਾਓ। ਦੇਖਦਾ ਪਰਮਾਤਮਾ ਕਿਸ ਚੀਜ਼ ਦੇ ਯੋਗ ਹੈ, ਉਸ ਤਰ੍ਹਾਂ ਦੀ ਫਿਰ ਯੋਗਤਾ ਉਹਦੇ 'ਚ ਪੈਦਾ ਕਰਕੇ ਉਸ ਪਾਸੇ ਉਸ ਨੂੰ ਭੇਜਦਾ ਹੈ। ਇਸ ਲਈ ਹਰ ਇੱਕ ਨੂੰ ਨੇ ਧੰਦੇ 'ਚ ਲਾ ਰੱਖਿਆ।
ਸਿਰੇ ਸਿਰ ਧੰਦਾ ਲਾਇੰਦਾ। ਹਰ ਇੱਕ ਨੂੰ ਕਿਸੇ ਨਾ ਕਿਸੇ ਧੰਦੇ ਕੰਮ ਵਿੱਚ ਲਾਇਆ ਹੋਇਆ ਹੈ। ਨਦਰ ਉਪੱਠੀ ਜੇ ਕਰੇ, ਉਪੱਠੀ ਕਹਿੰਦੇ ਉਲਟੀ, ਜੇ ਆਪਣੀ ਨਜ਼ਰ ਕਿਸੇ ਤੇ ਉਲਟੀ ਕਰਦੇ, ਭਾਵ ਕਿਸੇ ਨਾਲ ਹੋ ਜੇ ਨਾਰਾਜ਼ ਪਰਮਾਤਮਾ, ਸੁਲਤਾਨਾ ਘਾਹ ਕਰਾਇੰਦਾ। ਸੁਲਤਾਨ ਜੇ ਰਾਜੇ ਮਹਾਰਾਜੇ ਨੇ, ਉਹਨਾਂ ਨੂੰ ਵੀ ਘਾਹ ਹੀ ਬਣਾਉਂਦਾ ਹੈ, ਉਹਨਾਂ ਨੂੰ ਵੀ ਮੰਗਤੇ ਬਣਾਉਂਦਾ ਹੈ, ਗਰੀਬ ਕਰ ਦਿੰਦਾ। ਘਾਹ ਤੋਂ ਭਾਵ ਤੇ ਗਰੀਬ ਤੋਂ। ਜਿਹੜੇ ਆਪਣੇ ਆਪ ਨੂੰ ਰਾਜੇ ਮਹਾਰਾਜ ਸਮਝਦੇ ਸਨ, ਰੱਬ ਜੇ ਚਾਹੇ ਤਾਂ ਅਤੀ ਗਰੀਬ ਉਹਨਾਂ ਬਣਾਉਂਦਾ ਹੈ। ਦਰ ਮੰਗਣ ਭਿੱਖ ਨਾ ਪਾਉਂਦਾ। ਜਦੋਂ ਕਿਤੇ ਦਰ 'ਤੇ ਮੰਗਣ ਜਾਂਦੇ ਨੇ, ਉਹ ਕੋਈ ਭਿੱਖਿਆ ਨਹੀਂ ਪਾਉਂਦਾ। ਚਲੋ ਚੱਲ ਕਿੱਥੇ ਆ ਗਏ, ਦੁਰਕਾਰ ਦਿੰਦੇ ਨੇ, ਭਿੱਖਿਆ ਵੀ ਨਹੀਂ ਪਾਉਂਦੇ। ਕਿਉਂ? ਪਰਮਾਤਮਾ ਦੀ ਨਜ਼ਰ ਉਹਦੇ 'ਤੇ ਸੋਲੀ ਨਹੀਂ ਰਹੀ, ਪਰਮਾਤਮਾ ਦੀ ਨਜ਼ਰ ਉਪੱਠੀ ਹੋ ਗਈ ਹੈ। ਕਰਮ ਹੀ ਐਸੇ ਕੀਤੇ ਨਾ। ਕਈ ਵਾਰ ਜਦੋਂ ਰਾਜ ਭਾਗ ਹੁੰਦਾ ਕੋਲ, ਮਨੁੱਖ 'ਚ ਹਉਮੈ ਆਉਂਦੀ ਹੈ। ਜਦੋਂ ਹਉਮੈ ਆਉਂਦੀ ਹੈ, ਫਿਰ ਬੇਇਨਸਾਫੀਆਂ ਕਰਦਾ ਹੈ, ਫਿਰ ਬੇਇਨਸਾਫੀਆਂ ਕਰਦਾ। ਕਿਸੇ ਨੂੰ ਜੇਲ੍ਹ 'ਚ ਡੱਕਦਾ, ਕਿਸੇ ਨੂੰ ਪੁਲਿਸ ਰਾਹੀਂ ਕੁਟਵਾਤਾ, ਕਿਸੇ 'ਤੇ ਝੂਠੇ ਮੁਕੱਦਮੇ ਬਣਵਾਤੇ। ਕਿਉਂ? ਰਾਜ ਹੈ ਕੋਲ। ਅਤੇ ਜੇ ਹੋ ਗਿਆ ਜਿੱਦੇ ਪਰਮਾਤਮਾ ਨਾਰਾਜ਼, ਇਹਨਾਂ ਦੀ ਕੀਮਤ ਧੇਲਾ ਨਹੀਂ ਰਹਿਣੀ, ਕਿਸੇ ਨੂੰ ਦੁਆਣੀ ਦਾ ਨਹੀਂ ਪੁੱਛਣਾ ਹੁੰਦਾ। ਇੱਥੇ ਕਈ ਰਾਜੇ ਆਏ ਅਤੇ ਕਈ ਗਏ। ਇਸ ਲਈ ਰਾਜ ਭਾਗ ਪਰਮਾਤਮਾ ਨੇ ਬਖਸ਼ਿਆ ਹੁੰਦਾ ਹੈ। ਉਹ ਲੋਕਾਂ ਦੇ ਭਲੇ ਲਈ ਦਿੱਤਾ ਹੈ, ਵੀ ਤੁਸੀਂ ਭਲਾ ਕਰੋ ਲੋਕਾਂ ਦਾ। ਇੱਥੇ ਲੋਕਾਂ ਨੂੰ ਉਲਟਾ ਕੁੱਟਿਆ ਜਾਂਦਾ ਹੈ, ਲੁੱਟਿਆ ਜਾਂਦਾ ਹੈ। ਅਤੇ ਫਿਰ ਜਿਹੜਾ ਹੈ, ਕਿੰਨਿਆਂ ਨੂੰ ਹੀ ਫਿਰ ਬਾਅਦ 'ਚ ਮੁਕੱਦਮੇ ਚੱਲਦੇ ਨੇ, ਜੇਲ੍ਹਾਂ ਹੋ ਜਾਂਦੀਆਂ ਨੇ, ਜੇਲ੍ਹਾਂ। ਕਿਉਂ? ਦੂਜਿਆਂ ਦੀ ਵਾਰੀ ਆ ਗਈ ਹੈ। ਇਸ ਲਈ ਨਦਰ ਉਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਇੰਦਾ। ਦਰ ਮੰਗਣ ਭਿੱਖ ਨਾ ਪਾਇੰਦਾ। ਕੋਈ ਭਿੱਖਿਆ ਨਹੀਂ ਪਾਉਂਦਾ, ਖੈਰ ਨਹੀਂ ਕੋਈ ਪਾਉਂਦਾ, ਦਰ ਦਰ ਮੰਗਦੇ ਫਿਰਦੇ ਹਨ। ਸ਼ਲੋਕ ਮਹਿਲਾ ਪਹਿਲਾ। ਜੇ ਮੁਹਾਕਾ ਘਰ ਮੁਹੈ, ਘਰ ਮੋਹ ਪਿਤਰੀ ਦੇ। ਪਿਤਰੀ ਰਾਰਿਣ ਬਿਹਾਰੀ ਬਿੰਦੀ। ਜੇ ਮੁਹਾਕਾ ਚੋਰ ਨੂੰ ਕਹਿੰਦੇ ਨੇ। ਜੇ ਮੁਹਾਕਾ ਘਰ ਮੋਹੈ, ਘਰ ਮੋਹ, ਕਿਉਂਕਿ ਹਾਹੇ ਤੋਂ ਪਹਿਲੇ ਅੱਖਰ ਨੂੰ ਜੇ ਔਂਕੜ ਜਾਂ ਹੋੜਾ ਲੱਗਾ ਹੋਵੇ ਤਾਂ ਹਾਹੇ ਦੀ ਸਿਆਰੀ ਨਹੀਂ ਬੋਲਦੀ। ਇਹ ਹੋ ਗਿਆ ਮੋਹ। ਘਰ ਮੋਹ ਪਿਤਰੀ ਦੇ, ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ। ਵੱਡੀਆਂ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਜੇ ਮੁਹਾਕਾ ਚੋਰ, ਘਰ ਮੋਹ ਹੈ, ਕਿਧਰ ਘਰ ਲੁੱਟ ਲਏ। ਜੇ ਕੋਈ ਲਟੇਰਾ ਕਿਸੇ ਦਾ ਘਰ ਲੁੱਟ ਲਵੇ, ਘਰ ਮੋਹ, ਘਰ ਲੁੱਟ ਕੇ ਪਿਤਰੀ ਦੇ, ਉਹਦੇ ਪਿਤਰਾਂ ਪ੍ਰਤੀ ਦਾਨ ਕਰੇ। ਪੰਡਿਤ ਕਹਿੰਦੇ ਨੇ, ਤੁਸੀਂ ਪਿਤਰਾਂ ਪ੍ਰਤੀ ਸਾਨੂੰ ਦਾਨ ਦਿਓ, ਅਸੀਂ ਉਹ ਤੁਹਾਡਾ ਜਿੱਦਾਂ ਦਾਨ ਤੁਹਾਡੇ ਪਿਤਰਾਂ ਤੱਕ ਪਹੁੰਚਾ ਦੇਵਾਂਗੇ। ਸਾਨੂੰ ਖੀਰ ਖਵਾਓ, ਪੂੜੇ ਖਵਾਓ, ਜੋ ਸਾਨੂੰ ਖਵਾਓ ਪਿਓਗੇ ਸ਼ਰਾਧਾਂ ਦੇ ਵਿੱਚ, ਉਹ ਅਸੀਂ ਤੁਹਾਡੇ ਪਿਤਰਾਂ ਤੱਕ ਪਹੁੰਚਾ ਦੇਵਾਂਗੇ। ਸਿੱਖ ਧਰਮ ਕਹਿੰਦਾ ਕੋਈ ਚੀਜ਼ ਉੱਪਰ ਨਹੀਂ ਜਾਂਦੀ। ਮਨੁੱਖ ਜੋ ਆਪਣੇ ਕਰਮ ਨਾਲ ਲੈ ਗਿਆ, ਬਸ ਲੈ ਗਿਆ। ਉਹਦੇ ਨਿਮਿਤ ਦਿੱਤੇ ਹੋਏ ਕੱਪੜੇ ਉਹਦੇ ਤੱਕ ਨਹੀਂ ਪਹੁੰਚਣੇ। ਉਹਦੇ ਨਿਮਿਤ ਖਵਾਈਆਂ ਹੋਈ ਰੋਟੀਆਂ ਉਹ ਮੁਰਦੇ ਨੂੰ ਨਹੀਂ ਪਹੁੰਚਣੀਆਂ, ਉਹ ਨਹੀਂ ਪਹੁੰਚਣੀ। ਕੋਈ ਸਥੂਲ ਚੀਜ਼ ਉੱਪਰ ਨਹੀਂ ਜਾਂਦੀ। ਜਦੋਂ ਸਥੂਲ ਸਰੀਰ ਹੀ ਨਾਲ ਨਹੀਂ ਗਿਆ ਤਾਂ ਕੋਈ ਚੀਜ਼ ਨਾਲ ਕੀ ਜਾਏਗੀ, ਤੁਸੀਂ ਆਪ ਹੀ ਸੋਚੋ। ਇਹ ਤਾਂ ਖਾਣ ਪੀਣ ਦੇ ਇੱਕ ਢਕਵੰਜ ਨੇ, ਬਹਾਨੇ ਬਣਾ ਲੈਣ। ਬਹੁਤੇ ਸਿੱਖ ਹੁਣ ਕੀ ਕਰਦੇ ਨੇ, ਭਣਤਣ ਤਾਂ ਨਹੀਂ ਖਵਾਉਂਦੇ, 5 ਸਿੰਘਾਂ ਨੂੰ ਸੱਦ ਕੇ ਖਵਾਉਂਦੇ ਨੇ।
ਗੱਲ ਤਾਂ ਉੱਥੇ ਹੀ ਹੈ, ਗੱਲ ਤਾਂ ਉੱਥੇ ਸਮਝਦੇ ਨੇ ਇਹਨਾਂ ਰਾਹੀਂ ਇਹ ਜਿਹੜਾ ਭੋਜਨ ਅਸੀਂ ਇਹਨਾਂ ਨੂੰ ਖਵਾਇਆ ਸਾਡੇ ਪਿੱਤਰਾਂ ਨੂੰ ਪਹੁੰਚੇਗਾ। ਜਿਹੜੇ ਮਰ ਗਏ ਨੇ ਵੱਡੇ ਵਡੇਰੇ ਉਹਨਾਂ ਨੂੰ ਕਹਿੰਦੇ ਪਿੱਤਰ, ਹੁਣ ਪਿੱਤਰ ਕਹਿੰਦੇ ਕੋਈ ਚੋਰ ਹੈ, ਉਹ ਕਿਹਦਾ ਘਰ ਲੁੱਟ ਕੇ ਉਹਦੇ ਵਿੱਚੋਂ ਪੰਡਤਾਂ ਨੂੰ ਦਾਨ ਕਰਦਾ ਵੀ ਇਹ ਮੇਰੇ ਪਿੱਤਰਾਂ ਤੱਕ ਪਹੁੰਚ ਜਾਵੇਗਾ। ਮੰਨ ਲਓ ਪਹੁੰਚ ਗਿਆ ਹੈ, ਜੋ ਦਾਨ ਦਿੱਤਾ ਮੰਨ ਲਓ ਪਹੁੰਚ ਗਿਆ ਹੈ, ਅੱਗੇ ਵਸਤ ਸਿੰਝਾਣੀ ਹੈ, ਅੱਗੇ ਪਤਾ ਲੱਗ ਜਾਣਾ ਕਿ ਤੇ ਚੋਰੀ ਦਾ, ਇਹ ਚੀਜ਼ ਤੇ ਚੋਰੀ ਦੀ ਹੈ। ਪਿੱਤਰੀ ਚੋਰ ਕਰੇ ਤਾਂ ਉਹਦੇ ਪਿੱਤਰਾਂ ਨੂੰ ਕਹਿਣਗੇ ਅੱਛਾ ਤੁਸੀਂ ਵੀ ਚੋਰ ਹੀ ਹੋ, ਤੁਹਾਡਾ ਮੁੰਡਾ ਹੇਠਾਂ ਚੋਰੀਆਂ ਕਰਦਾ ਹੈ, ਇਹਦੋਂ ਤੁਸੀਂ ਵੀ ਚੋਰ ਹੀ ਹੋ। ਪਿੱਤਰਾਂ ਦੀ ਸਗੋਂ ਬਦਨਾਮੀ ਕਰਾਉਂਦਾ ਬੰਦਾ, ਕਿਉਂ? ਹਰਾਮ ਦੀ ਕਮਾਈ ਦੇ ਵਿੱਚੋਂ ਦਾਨ ਦਿੱਤਾ, ਹਰਾਮ ਦੀ ਕਮਾਈ ਦਾਨ। ਮੰਨ ਲਓ ਮੈਂ 1000 ਰਿਸ਼ਵਤ ਲੈ ਕੇ ਆਇਆ, ਮੈਂ 1000 ਦਾ 1000 ਮੱਥਾ ਟੇਕ ਦਿੰਨਾ, ਗੁਰੂ ਮਹਾਰਾਜ ਮੇਰੇ ਪੈਸਿਆਂ ਵੱਲ ਵੇਖਣਗੇ ਵੀ ਨਹੀਂ, ਉਹ ਕਹਿਣਗੇ ਹਰਾਮ ਦੇ ਨੇ, ਸਾਨੂੰ ਨਹੀਂ ਚਾਹੀਦੇ, ਇਹ ਤੇਰੇ ਪੈਸੇ ਹਰਾਮ ਦੇ ਨੇ, ਸਾਨੂੰ ਨਹੀਂ ਚਾਹੀਦੇ। ਹਰਾਮ ਦਾ ਇੱਕ ਨਵਾਂ ਪੈਸਾ ਵੀ ਗੁਰੂ ਘਰ 'ਚ ਪ੍ਰਵਾਨ ਨਹੀਂ ਹੈ, ਹਰਾਮ ਦਾ ਇੱਕ ਨਵਾਂ ਪੈਸਾ ਵੀ ਗੁਰੂ ਘਰ 'ਚ ਪ੍ਰਵਾਨ ਨਹੀਂ ਹੁੰਦਾ। ਮੱਥੇ ਜਿੰਨੇ ਮਰਜ਼ੀ ਟੇਕੇ ਜੋ ਗੁਰੂ ਨੇ ਪ੍ਰਵਾਨ ਨਹੀਂ ਕਰਨੇ। ਹਾਂ ਕਮੇਟੀ ਵਾਲਾ ਠੀਕ ਹੈ, ਉਹ ਖਰਚ ਕਰਦੇ ਨੇ, ਬਿਲਡਿੰਗ ਬਣਾ ਦੇਣੇ, ਕੋਈ ਹੋਰ ਕੁਛ ਕਰ ਦੇਣਗੇ, ਗੁਰੂ ਮਹਾਰਾਜ ਉਸ 'ਤੇ ਖੁਸ਼ ਨਹੀਂ ਹੁੰਦੇ। ਹਰਾਮ ਦੀ ਕਮਾਈ ਜਿੰਨੀ ਮਰਜ਼ੀ ਮੱਥੇ ਟੇਕਦੇ ਫਿਰੋ, ਕਿਉਂਕਿ ਗੁਰਬਾਣੀ ਰਹੇ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਉਸ ਬੰਦੇ ਦੀ ਹਾਮੀ ਭਰਦੇ ਨੇ ਜਿਹੜਾ ਹਰਾਮ ਦੀ ਕਮਾਈ ਨਹੀਂ ਖਾਂਦਾ। ਜਿਹੜਾ ਹਰਾਮ ਦੀ ਕਮਾਈ ਖਾਂਦਾ ਕੋਈ ਗੁਰੂ ਪੀਰ ਉਹਦੀ ਸਹਾਇਤਾ ਨਹੀਂ ਕਰਦਾ, ਔਖੇ ਵੇਲੇ ਕਿਸੇ ਨੇ ਉਹਦੀ ਸਹਾਇਤਾ ਨਹੀਂ ਕਰਨੀ ਹੈਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਵੱਡੀਆਂ ਹੱਥ ਦਲਾਲ ਕੇ, ਤੇ ਜਿਹੜਾ ਕਹਿੰਦਾ ਸੀ ਪੰਡਤ ਵੀ ਤੁਸੀਂ ਮੈਨੂੰ ਦਾਨ ਦਿਓ, ਇਹ ਦਿੱਤਾ ਦਾਨ ਤੁਹਾਡੇ ਪਿੱਤਰਾਂ ਤੱਕ ਮੈਂ ਪਹੁੰਚਾ ਦੇਵਾਂਗਾ। ਹੁਣ ਚੋਰ ਨੇ ਦਿੱਤਾ ਦਾਨ, ਅੱਗੇ ਪਤਾ ਲੱਗ ਗਿਆ ਕਿ ਇਹ ਤਾਂ ਚੋਰੀ ਦਾ ਦਾਨ ਦਿੱਤਾ ਹੈ ਤੇ ਇਹਨੇ ਚੋਰੀ ਦਾ ਦਾਨ ਲਿਆ ਹੈ। ਉਹ ਪੰਡਤ ਜਦੋਂ ਮਰੇਗਾ ਨਾ, ਉੱਥੇ ਜਿਹੜਾ ਹੈ ਧਰਮਰਾਜ ਉਹਦੇ ਦੋਨੋਂ ਹੱਥ ਵੜ ਦੇਗਾ ਵੀ ਅੱਛਾ ਤੂੰ ਦਲਾਲੀ ਕਰਦਾ ਸੀ ਚੋਰਾਂ ਦੀ, ਚੋਰਾਂ ਤੋਂ ਮਾਲ ਲੈ ਕੇ ਤੂੰ ਫਿਰ ਅਰਦਾਸਾਂ ਕਰਦਾ ਸੀ। ਸੱਚੇ ਪਿਤਾ ਜੀ ਆਪਣੇ ਦਰ ਪ੍ਰਵਾਨ ਕਰੋ ਜੀ, ਇਹਦੀ ਕਿਰਤ ਕਮਾਈਆਂ 'ਚ ਵਾਧੇ ਕਰੋ। ਚੋਰੀ ਦਾ ਮਾਲ ਹੈ, ਕਹਿੰਦੇ ਦੀ ਕਮਾਈਆਂ 'ਚ ਵਾਧੇ ਕਰੋ। ਇੱਕ ਵਾਰੀ ਆ ਗਿਆ ਜੀ, ਦੁਕਾਨ ਦਾ ਉਦਘਾਟਨ ਕਰਨਾ ਜੀ, ਪਾਠ ਕਰਾਉਣੇ, ਬਾਬਾ ਤੁਸੀਂ ਆਏ, ਮੈਂ ਕਾਹਦੀ ਦੁਕਾਨ ਖੋਲ੍ਹਣੀ? ਕਹਿੰਦੇ ਠੇਕਾ ਖੋਲ੍ਹਣਾ ਜੀ। ਮੈਂ ਦੂਰ ਫਿੱਟੇ ਮੂੰਹ ਤੁਹਾਡੇ, ਤੁਹਾਨੂੰ ਇੰਨਾ ਨਹੀਂ ਗਿਆਨ ਜਿਸ ਤੁਸੀਂ ਠੇਕਾ ਖੋਲ੍ਹਣਾ ਤੁਸੀਂ ਪਾਠ ਕਰਾਉਣ ਲੱਗੇ ਹੋ। ਭਾਈ ਕੀ ਹੁਣ ਮੈਂ ਉੱਥੇ ਤੁਹਾਡੀ ਅਰਦਾਸ ਕਰਾਂਗਾ ਇਹਦੇ ਕਾਰੋਬਾਰ 'ਚ ਵਾਧੇ ਹੋਣ? ਜੋ ਭੱਜ ਮੈਂ ਇਹੋ ਜਿਹੀਆਂ ਅਰਦਾਸਾਂ ਨਹੀਂ ਹੁੰਦੀਆਂ। ਆਪਣਾ ਠੇਕਾ ਖੋਲ੍ਹ, ਪਾਠ ਕਰਾਉਣ ਦੀ ਲੋੜ ਨਹੀਂ ਹੈਗੀ। ਗੁਰੂ ਨੇ ਇਹੋ ਜਿਹੇ ਪਾਠ 'ਤੇ ਕੋਈ ਖੁਸ਼ਖਸ਼ ਨਹੀਂ ਹੋਣਾ। ਤੁਸੀਂ ਠੇਕਾ ਖੋਲ੍ਹਣ ਲੱਗੇ ਹੋ, ਮੈਂ ਮੂਰਖ ਹਾਂ ਵੀ ਤੁਹਾਡੇ ਜਾ ਕੇ ਉੱਥੇ ਅਰਦਾਸਾਂ ਕਰਾਂਗਾ। ਗੁਰੂ ਜੀ ਤੇ ਜਦੋਂ ਮੈਂ ਮਰਾਂਗਾ ਫਿਰ ਉੱਥੇ ਮੈਨੂੰ ਫੜ ਲੈਣਗੇ, ਆ ਜਾ ਵੀ ਸੱਜਣਾ। ਉਹੀ ਤੂੰ ਪ੍ਰਚਾਰ ਕਰਦਾ ਸ਼ਰਾਬ ਨਹੀਂ ਪੀਣੀ ਚਾਹੀਦੀ, ਤੂੰ ਠੇਕੇ ਦੇ ਲਈ ਜਾ ਕੇ ਅਰਦਾਸ ਕੀਤੀ ਕਿ ਇਹਨਾਂ ਦੇ ਕਾਰੋਬਾਰ 'ਚ ਵਾਧਾ ਹੋਵੇ। ਇਹੀ ਕਰਾਂਗੇ ਨਾ, ਹੋਰ ਕੀ ਕਰਾਂਗਾ? ਕਰਾਂਗੇ ਨਾ। ਵੱਡੀਆਂ ਹੱਥ ਦਲਾਲ ਕੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਦੇ ਇੱਕ ਰਿਸ਼ਤੇਦਾਰ ਨੰਬਰਦਾਰ ਸੀ। ਉਹ ਪੈਸੇ ਲੈ ਕੇ ਝੂਠੀਆਂ ਗਵਾਹੀਆਂ ਦਿੰਦਾ ਸੀ। ਮਹਾਂਪੁਰਖ ਕਹਿੰਦੇ ਭਾਈ ਤੂੰ ਇਹ ਕੰਮ ਨਾ ਕਰ, ਧਰਮਰਾਜ ਨੇ ਤੇਰੇ ਦੋਨੋਂ ਹੱਥ ਵੜ ਦੇਣੇ ਨੇ। ਕਹਿੰਦੇ ਬਾਬਾ ਜੀ ਤੁਸੀਂ ਆਪਣਾ ਕੰਮ ਕਰੋ। ਧਰਮਰਾਜ ਮੇਰੇ ਹੱਥ ਵੜਦੇ ਨਾਲ ਹੋਰ ਕੁਛ ਵੜ ਦੇਣੇ ਨੇ, ਤੁਸੀਂ ਬਾਬਾ ਜੀ ਆਪਣਾ ਕੰਮ ਕਰੋ। ਇੱਕ ਦਿਨ ਗਵਾਹੀ ਦੇਣ ਜਾ ਰਿਹਾ ਸੀ, ਜਦੋਂ ਸਟੇਸ਼ਨ 'ਤੇ ਪਹੁੰਚਿਆ ਗੱਡੀ ਚੱਲ ਪਈ। ਭੱਜਦੀ ਹੋਈ ਗੱਡੀ ਨੂੰ ਜਦੋਂ ਹੱਥ ਪਾਇਆ ਉਹ ਪੈਰ ਤਿਲਕ ਗਿਆ, ਹੇਠਾਂ ਡਿੱਗ ਪਿਆ।
ਬਾਈ ਚੰਦ ਹੇਠਾਂ ਡਿੱਗਿਆ, ਦੋਨਾਂ ਹੱਥਾਂ ਦੇ ਉੱਤੋਂ ਗੱਡੀ ਦਾ ਪਹੀਆ ਲੰਘ ਗਿਆ, ਦੋਨੋਂ ਹੱਥ ਹੀ ਵੱਢੇ ਗਏ। ਕਹਿੰਦੇ ਲੈ ਤੇਰੇ ਤੋਂ ਉੱਪਰ ਜਾ ਕੇ ਤਾਂ ਵੱਢੇ ਹੀ ਜਾਣੇ ਸਨ, ਹੁਣੇ ਹੀ ਵੱਢੇ ਗਏ ਨਹੀਂ, ਹੁਣੇ ਵੱਢੇ ਗਏ। ਵੱਡੀਆਂ ਹੱਥ ਦਲਾਲ ਕੇ, ਇਹ ਜਿਹੜੇ ਇਸ ਤਰ੍ਹਾਂ ਦਲਾਲੀਆਂ ਕਰਦੇ ਨੇ, ਪੈਸੇ ਲੈ ਕੇ ਝੂਠੀਆਂ ਗਵਾਹੀਆਂ ਦਿੰਦੇ ਨੇ। ਧਰਮਰਾਜ ਮੁਸਫੀ ਹੁੰਦਾ ਜੱਜ, ਅਤੇ ਅੱਗੇ ਧਰਮਰਾਜ ਹੈ। ਮੁਸਫੀ ਇਹ ਕਰੇ, ਧਰਮਰਾਜ ਨੇ ਇਹ ਕਰਨਾ ਕਿ ਉਹਦੇ ਦੋਨੋਂ ਹੱਥ ਵੱਢ ਦੇਣੇ ਨੇ, ਉਹਦੇ ਦੋਨੋਂ ਹੱਥ ਵੱਢ ਦੇਣੇ। ਅਤੇ ਅਖੀਰ 'ਤੇ ਤੱਤ ਸਾਰ ਗੁਰੂ ਮਹਾਰਾਜ ਨੇ ਕੱਢਿਆ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਕਹਿੰਦੇ ਭਾਈ ਅੱਗੇ ਤਾਂ ਉਹੀ ਮਿਲੇਗਾ ਖੱਟੇ ਕਾਲੇ, ਜੋ ਤੁਸੀਂ ਕਿਰਤ ਕਮਾਈ ਕੀਤੀ ਅਤੇ ਦੇ ਉਸ 'ਚ ਜੋ ਤੁਸੀਂ ਦਾਨ ਦਿੱਤਾ। ਜੋ ਜਿਉਂਦੇ ਜੀ ਤੁਸੀਂ ਕਿਰਤ ਕਮਾਈ ਕੀਤੀ ਅਤੇ ਜੋ ਉਸ 'ਚੋਂ ਦਾਨ ਦਿੱਤਾ, ਇਹੀ ਤੁਹਾਨੂੰ ਅੱਗੇ ਮਿਲਣਾ। ਇੱਥੋਂ ਭੇਜਿਆ ਹੋਇਆ ਕੁਛ ਨਹੀਂ ਮਿਲਣਾ ਤੁਹਾਨੂੰ, ਇੱਥੋਂ ਭੇਜਿਆ ਹੋਇਆ ਕੁਛ ਨਹੀਂ ਮਿਲਣਾ, ਇੱਥੋਂ ਕੀਤਾ ਹੋਇਆ ਦਾਨ ਤੁਹਾਡੇ ਤੱਕ ਨਹੀਂ ਪਹੁੰਚਣਾ। ਜੋ ਤੁਸੀਂ ਕਰਮ ਕਰ ਗਏ ਹੋ ਨਾ ਜਿਉਂਦੇ ਜੀ, ਉਹ ਕਰਮਾਂ ਦਾ ਹੀ ਫਲ ਤੁਹਾਨੂੰ ਉੱਥੇ ਮਿਲਣਾ। ਚੰਗੇ ਕਰ ਲਓ, ਮੰਦੇ ਕਰ ਲਓ। 100 ਵੇ ਜੀਆ ਆਪਣਾ ਕੀਆ। ਹਰ ਇੱਕ ਮਨੁੱਖ ਨੇ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਹੈ। ਕਰਮ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ, ਇੱਕ ਵਾਰੀ ਕਰਮ ਹੋ ਗਿਆ ਫਿਰ ਉਹਦਾ ਫਲ ਭੋਗਣਾ ਹੀ ਭੋਗਣਾ ਪੈਣਾ, ਮਾਫੀ ਕੋਈ ਨਹੀਂ ਮਿਲਦੀ, ਮਾਫੀ ਨਹੀਂ ਮਿਲਦੀ। ਕਰਮ ਹੋ ਗਿਆ ਹੈ। ਛੋਟੇ ਬੱਚੇ ਨੂੰ ਕਈ ਵਾਰੀ ਜੱਜ ਮੁਆਫ ਕਰ ਦਿੰਦਾ ਵੀ ਇਹਨੂੰ ਗਿਆਨ ਨਹੀਂ ਸੀ, ਵੱਡੇ ਨੂੰ ਮਾਫ ਨਹੀਂ ਕਰਦਾ। ਛੋਟਾ ਬੱਚਾ ਚੋਰੀ ਕੀਤੀ ਹੈ, ਫੜਿਆ ਗਿਆ ਹੈ, ਜੱਜ ਕਈ ਵਾਰੀ ਮੁਆਫ ਕਰ ਦਿੰਦਾ, ਤਾੜ ਨਾ ਦੇ ਕੇ ਮੁਆਫ ਕਰ ਦਿੰਦਾ ਵੀ ਅੱਗੇ ਤਾਂ ਨਾ ਕਰੀ ਬਈ। ਵੱਡੇ ਨੇ ਚੋਰੀ ਕੀਤੀ, ਨਹੀਂ ਮੁਆਫੀ ਮਿਲਦੀ ਵੀ ਤੈਨੂੰ ਤੇ ਗਿਆਨ ਸੀ, ਤੂੰ ਜਾਣ ਕੇ ਕੀਤੀ, ਤੂੰ ਜਾਣ ਕੇ ਕੀਤੀ। ਜਿਵੇਂ ਕਈ ਵਾਰੀ ਕਹਿਣਾ ਹੁੰਦਾ, ਤੁਸੀਂ ਅਤੇ ਮੈਂ ਇੱਕੋ ਹੀ ਮਾੜਾ ਕੰਮ ਕੀਤਾ, ਉਹੀ ਕੰਮ ਮਾੜਾ ਤੁਸੀਂ ਕੀਤਾ, ਉਹੀ ਮੈਂ ਕੀਤਾ। ਜਦੋਂ ਧਰਮਰਾਜ ਕੋਲ ਦੋਨੋਂ ਪਹੁੰਚਾਂਗੇ ਨਾ, ਤੁਹਾਨੂੰ ਇੱਕ ਡੰਡਾ ਪਏਗਾ, ਮੈਨੂੰ 10 ਡੰਡੇ ਪੈਣਗੇ ਜੇ ਮੈਂ ਨੇ ਕੁੱਟਣਾ। ਤੇ ਵੀ ਤੈਨੂੰ ਤੇ ਪਤਾ ਸੀ, ਤੂੰ ਤੇ ਪ੍ਰਚਾਰ ਕਰਦਾ ਸੀ, ਤੈਨੂੰ ਤੇ ਗਿਆਨ ਸੀ, ਤੂੰ ਕਿਉਂ ਕੀਤਾ, ਤੂੰ ਕਿਉਂ ਕੀਤਾ। ਮੈਂ ਤੁਹਾਨੂੰ ਸ਼ਾਇਦ ਇੱਕ ਡੰਡਾ ਪਵੇ, ਮੈਨੂੰ 10 ਡੰਡੇ ਪੈਣੇ ਨੇ। ਇਸ ਲਈ ਜਿਹੜਾ ਜਾਣ ਬੁੱਝ ਕੇ ਕਰਦਾ ਹੈ ਗਲਤੀਆਂ, ਉਹਨੂੰ ਕੋਈ ਮੁਆਫੀ ਨਹੀਂ ਮਿਲਦੀ, ਨਾ ਇੱਥੇ ਨਾ ਉੱਪਰ। ਇੱਥੇ ਤਾਂ ਕਈ ਵਾਰੀ ਬੰਦਾ ਸਿਫਾਰਿਸ਼ ਵੀ ਲਾ ਲੈਂਦਾ, ਪੈਸੇ ਦੇ ਕੇ ਖਰੀਦੇ ਵੀ ਜਾ ਸਕਦੇ ਨੇ ਕਰਮਚਾਰੀ। ਉੱਪਰ ਨਹੀਂ ਚੱਲਦੀ ਗੱਲ, ਉੱਪਰ ਜੀਓ ਨਵੇਂ, ਉੱਥੇ ਸਾਰੇ ਜੀਵ ਨਵੇਂ ਨੇ, ਅਸੀਂ ਉਹਨਾਂ ਨੂੰ ਜਾਣਦੇ ਨਹੀਂ, ਨਾ ਕੋਈ ਸਾਡੀ ਸਿਫਾਰਿਸ਼ ਚੱਲਣੀ ਹੈ, ਨਾ ਉੱਥੇ ਕੋਈ ਰਿਸ਼ਵਤ ਚੱਲਣੀ। ਜੋ ਅਸੀਂ ਕੀਤਾ ਇਹੀ ਅਸੀਂ ਭੋਗਣਾ ਹੈ। ਇਸ ਲਈ ਜਿੰਨਾ ਸਮਾਂ ਬਾਕੀ ਰਹਿ ਗਿਆ, ਕਰਮ ਠੀਕ ਕਰ ਲਓ ਆਪਣੇ। ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਜੋ ਹੋ ਗਿਆ ਹੁਣ ਤੱਕ ਹੋ ਗਿਆ ਹੈ। ਅੱਗੇ ਤੋਂ ਆਪਣੇ ਆਪ ਨੂੰ ਠੀਕ ਕਰ ਲਓ, ਤੋਬਾ ਕਰ ਲਓ ਕਿ ਮੈਂ ਅੱਗੇ ਤੋਂ ਇਹ ਗਲਤ ਕੰਮ ਨਹੀਂ ਕਰਦਾ, ਫਿਰ ਨਹੀਂ ਕਰਨਾ। ਫਿਰ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਫਿਰ ਮੁਆਫੀ ਮਿਲਣ ਦੀ ਸੰਭਾਵਨਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਪਰਮਾਤਮਾ ਪਿਛਲੇ ਔਗਣ ਫਿਰ ਬਖਸ਼ ਦਿੰਦਾ, ਅੱਗੇ ਸਿੱਧੇ ਰਾਹ ਪਾਉਂਦਾ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।